ਆਪਣਾ ਭਾਣਾ ਤੁਮ ਕਰਹੁ, ਤਾਹਿਰ ਸਹਿ ਖੁਸ਼ੀ ਨ ਆਵੈ। ਭਗਤ ਭਾਵ ਲਿਹੁ ਮਾਰਗ ਵਿਖੜਾ, ਗੁਰਦੁਆਰੇ ਕੋ ਪਾਵੈ। ਕਹਿ ਨਾਨਕ ਜਿਸ ਕਰੇ ਕਿਰਪਾ, ਸੋ ਹਰਿ ਭਗਤੀ ਚਿਤ ਲਾਵੈ। ਸਾਜਨ ਮੇਰੇ ਪ੍ਰੀਤਮ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ। ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ, ਜਿਵੇਂ ਹਰ ਰੋਜ਼ ਇਸ ਪਾਵਨ ਅਸਥਾਨ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੀਏ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਤੀਜਾ। ਸ਼ੰਤ ਘਰ ਤੀਜਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਸ਼ੰਤਾਂ ਦੀ ਬਾਣੀ ਉਚਾਰਨ ਕਰਦੇ ਹੋ ਤੀਸਰੀ ਕਰ ਸੁਰ ਤਾਲ ਅੰਦਰ ਬਖਸ਼ਿਸ਼ ਕਰ ਰਹੇ ਨੇ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮਾਤਮਾ ਮਿਲਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਨ ਦੇ ਅੰਦਰ ਘਾਲਣਾ ਘਾਲ ਕੇ ਉਸ ਓੰਕਾਰ ਦੀ ਸ਼ਕਤੀ ਨੂੰ ਪਾ ਸਕੀਦਾ ਹੈ। ਗਰੀਬ ਨਿਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਹੋਇਆ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ, ਜਿੱਥੇ ਬੇਅੰਤ ਜੀਵਾਂ ਦਾ ਮਹਾਰਾਜ ਸਾਹਿਬ ਜੀ ਨੇ ਉਧਾਰ ਕੀਤਾ। ਐਸੇ ਗਰੀਬ ਨਿਵਾਜ ਸਤਿਗੁਰੂ ਜੀ ਬਚਨਾਂ ਦੇ ਬਲੀ ਹਨ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਹਨ, ਜਿਨ੍ਹਾਂ ਗਰੀਬ ਨਿਵਾਜ ਸਤਿਗੁਰੂ ਜੀ ਨੇ ਗੋਂਦਵਾਲ ਸਾਹਿਬ ਦੇ ਅੰਦਰ ਕਾਲ ਵੀ ਪ੍ਰਵੇਸ਼ ਨਹੀਂ ਸੀ ਹੋਣ ਦਿੱਤਾ। ਜਿੰਨਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਰਹੇ ਹੈ, ਤਮਾਮ ਜੀਵਾਂ ਦਾ ਉਧਾਰ ਕੀਤਾ। ਜੋ ਨਗਰ ਵਸਣ ਨਹੀਂ ਸਨ ਦੇਂਦੇ ਭੂਤ ਪ੍ਰੇਤ, ਤਿੰਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਦਾ ਉਧਾਰ ਕੀਤਾ। ਫਿਰ ਦੂਰੋਂ ਦੂਰੋਂ ਲੋਕ ਚੱਲ ਕਰਕੇ ਆਏ, ਜੋ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਮਹਾਰਾਜ ਸਾਹਿਬ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਔਰ ਗਰੀਬ ਨਿਵਾਜ ਸਤਿਗੁਰੂ ਜੀ ਨੇ ਇੱਕ ਦਿਨ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਹੋਇਆ। ਜਿਹੜੇ ਗੁਰੂ ਘਰ ਦੇ ਮੁਖੀ ਸਿੱਖ ਸਨ, ਜਿਨ੍ਹਾਂ ਨੇ ਲੰਬੇਰੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕੀਤੀ ਸੀ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੈਠੇ ਹੋਏ ਨੇ। ਜਿਵੇਂ
ਬਾਬਾ ਬੁੱਢਾ ਸਾਹਿਬ ਜੀ, ਭਾਈ ਬੱਲੂ ਜੀ ਔਰ ਭਾਈ ਪਾਰੋ ਜੀ ਇਤਿਆਦਿਕ ਜਿਹੜੇ ਗੁਰੂ ਘਰ ਦੇ ਮੋਢੀ ਸਿੱਖ ਸਨ, ਹਜੂਰ ਦੇ ਸਨਮੁਖ ਹੋ ਕਰਕੇ ਬੈਠੇ ਨੇ। ਮਹਾਰਾਜ ਸਤਿਗੁਰੂ ਦੀ ਚੰਦਰਮਾ ਵੱਤ ਐਸੀ ਗਿਆਨ ਦੀਆਂ ਸ਼ਾਂਤੀਪੂਰਵਕ ਕਿਰਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਣ ਰਹੇ ਨੇ ਤੇ ਚਕੋਰਾਂ ਦੀ ਤਰ੍ਹਾਂ ਸਤਿਗੁਰੂ ਜੀ ਦੇ ਦੀਦਾਰ ਕਰ ਰਹੇ ਨੇ। ਗੁਰੂ ਕੇ ਪਿਆਰ ਵਾਲੀਆਂ ਸਿੱਖ ਸੰਗਤਾਂ ਇੱਕ ਟਕ ਨਿਗਾਹ ਲਗਾ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ ਨੇ। ਭਾਵੇਂ ਵਡੇਰੀ ਉਮਰ ਹੈ, ਗਰੀਬ ਨਵਾਜ਼ ਸਤਿਗੁਰੂ ਜੀ ਦਾ ਦਗਦਾ ਹੋਇਆ ਚਿਹਰੇ ਦਾ ਨੂਰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਸਤਕ ਦਾ ਪ੍ਰਤਾਪ ਇਤਨਾ ਜ਼ਿਆਦਾ ਜਲਾਲ ਹੈ ਕਿ ਮਨ ਦੇਖਣੋਂ ਅੱਕਦਾ ਨਹੀਂ, ਥੱਕਦਾ ਨਹੀਂ, ਅੱਖਾਂ ਵੀ ਥੱਕਦੀਆਂ ਨਹੀਂ ਹੈ। ਪਿਆਰ ਵਾਲੇ ਗੁਰਸਿੱਖ ਚਕੋਰਾਂ ਦੀ ਤਰ੍ਹਾਂ ਮਹਾਰਾਜ ਸਾਹਿਬ ਜੀ ਦੇ ਇੱਕ ਟਕ ਨਿਗਾਹ ਲਗਾ ਕਰਕੇ ਦਰਸ਼ਨ ਕਰੇ ਜਾ ਰਹੇ ਨੇ। ਜਿਵੇਂ ਜਿਵੇਂ ਸਿੱਖ ਭਾਵਨਾ ਦੇ ਨਾਲ ਦਰਸ਼ਨ ਕਰਦੇ ਨੇ, ਤਿਵੇਂ ਤਿਵੇਂ ਹਿਰਦੇ ਅੰਦਰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੋ ਹਜੂਰ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਜੋ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਵੱਲ ਪ੍ਰੇਰਿਤ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਇਹ ਸੰਤਾਂ ਦੀ ਬਾਣੀ ਅੰਦਰ ਹਜੂਰ ਨੇ 10 ਪੌੜੀਆਂ ਵਾਲਾ ਜੋ ਸ਼ਬਦ ਉਚਾਰਨ ਕੀਤਾ ਹੈ, ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ ਜਿਵੇਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਾਜਨ ਮੇਰੇ ਪ੍ਰੀਤਮ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰ ਰਹੇ ਨੇ, हे ਮੇਰੇ ਸੱਜਣ ਜਨੋ, हे ਮਿੱਤਰ ਜਨੋ, ਐ ਪ੍ਰੀਤਮ ਜਨੋ, ਸਾਜਨ ਮੇਰੇ ਤੁਮ ਪ੍ਰੀਤਮ ਹੋ। हे ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਨੋ, ਸੁਣਨਾ ਕਰੋ। ਤੁਮ ਸਹਿ ਕੀ ਭਗਤ ਕਰੇ ਹੋ। ਤੁਸੀਂ ਅਕਾਲ ਪੁਰਖ ਪ੍ਰਮਾਤਮਾ ਦੀ ਭਗਤੀ ਕਰੋ। ਸਹਿਜੋਪਾਤੀ ਪਰਮੇਸ਼ਰ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਪ੍ਰਮਾਤਮਾ ਦੀ ਭਗਤੀ ਕਰੋ। ਤੁਮ ਸਹਿ ਕੀ ਭਗਤ ਕਰੇ ਹੋ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਭ ਦੀ ਪਰਵਰਿਸ਼ ਕਰਨ ਵਾਲਾ, ਸਭ ਜੀਵਾਂ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਣ ਵਾਲੇ ਮਾਲਕ ਦੀ ਭਗਤੀ ਕਰਿਆ ਕਰੋ। ਔਰ ਹਜ਼ੂਰ ਬਖਸ਼ਿਸ਼ ਕਰਦੇ ਨੇ, ਸਾਜਨ ਮੇਰੇ ਪ੍ਰੀਤਮ ਹੋ। ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ੋ, ਐ ਸੰਸਾਰ ਦੇ ਆਪ ਜੀ ਪ੍ਰੀਤਮ ਪਿਆਰੇ ਹੋ। ਫਿਰ ਪਰਮਾਤਮਾ ਦੇ ਘਰ ਪਰਲੋਕ ਘਰ ਦੇ ਆਪ ਦੀ ਸੱਚੇ ਸੱਜਣ ਹੋ। ਮਿਲ ਕਰਕੇ ਪਰਮਾਤਮਾ ਦੀ ਭਗਤੀ ਕਰਨਾ ਕਰੋ। ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਹਜ਼ੂਰ ਕਹਿੰਦੇ ਹਨ, हे ਗੁਰਸਿੱਖੋ, ਉਸ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਭਗਤੀ ਕਰਨਾ ਕਰੋ। ਗੁਰ ਸੇਵਹੁ ਸਦਾ ਆਪਣਾ। ਤੇ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਸਦਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਿਆ ਕਰੋ। ਕਿਉਂਕਿ ਪੂਰੇ ਸਤਿਗੁਰੂ ਤੋਂ ਬਿਨਾਂ ਕੋਈ ਜੀਵ ਦਾ ਸਦਾ ਨਾਲ ਨਿਭਣ ਵਾਲਾ ਆਪਣਾ ਕੁਝ ਵੀ ਸੰਸਾਰ ਅੰਦਰ ਨਹੀਂ ਹੈ। ਪਰ ਬੇਸਮਝ ਹੋਣੇ ਕਰਕੇ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ, ਜੀ ਬੇਗਿਆਤ ਹੋਣੇ ਕਰਕੇ ਸਭ ਕੁਝ ਤਾਂ ਆਪਣਾ ਮੰਨਦਾ ਹੈ। ਸੰਸਾਰ ਅੰਦਰ ਹੋਰ ਸਾਰਾ ਕੁਝ ਆਪਣਾ ਮੰਨਦਾ, ਇੱਕ ਪਰਮੇਸ਼ਰ ਨੂੰ ਪਰਾਇਆ ਜਾਣਦਾ ਹੈ। ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਜੋ ਪਰਮਾਤਮਾ ਦਿਸਦਾ ਨਹੀਂ, ਉਸ ਵਾਹਿਗੁਰੂ ਨੇ ਇਹ ਪਰਾਇਆ ਮੰਨਦਾ ਹੈ। ਹੋਰ ਤਾਂ ਸਭ ਕੁਝ ਆਪਣਾ ਮੰਨਦਾ ਹੈ ਕਿ ਮੇਰੇ ਧਨ ਪਦਾਰਥ, ਮੇਰੇ ਧੀਆਂ ਪੁੱਤਰ, ਮੇਰਾ ਪਰਿਵਾਰ, ਮੇਰੀ ਸਖੀ ਸੰਬੰਧੀ ਮਿੱਤਰ ਇਤਿਆਦਿਕ ਸਭ ਨੂੰ ਆਪਣਾ ਮੰਨੀ ਬੈਠਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਸਰੂਪ ਜੋ ਸਤਿਗੁਰੂ ਜੀ ਆਪਣੇ ਹਨ, ਉਹਨਾਂ ਨੂੰ ਆਪਣੀ ਮੰਨਣ ਦੇ ਵਿੱਚ ਮਨ ਮੰਨਦਾ ਨਹੀਂ ਹੈ। ਸੋ ਹਜੂਰ ਉਪਦੇਸ਼ ਦਿੰਦੇ ਨੇ, ਗੁਰਸਿੱਖੋ, ਗੁਰ ਸੇਵਹੁ ਸਦਾ ਆਪਣਾ। ਸਤਿਗੁਰੂ ਜੀ ਦੀ ਸੇਵਾ ਕਰਨੀ ਤਾਂ ਆਪਣੇ ਜਾਣ ਕਰਕੇ ਕਿ ਮਹਾਰਾਜ ਤੁਸੀਂ ਮੇਰੇ ਮਾਤਾ ਪਿਤਾ ਵੀ ਤੁਸੀਂ ਹੋ, ਸਖੇ ਸੰਬੰਧੀ ਵੀ ਮਹਾਰਾਜ ਤੁਸੀਂ ਹੋ। ਇਹ ਮਨ ਵਿੱਚ ਭਾਵਨਾ ਬਣਾ ਕਰਕੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨਿਥਾਈ, ਤਾ ਭਾਉ ਕੇਹਾ ਕਾੜਾ ਜੀਓ। हे ਸਤਿਗੁਰੂ ਜੀ, ਆਪ ਹੀ ਸਾਡੇ ਮਾਤਾ ਪਿਤਾ, ਸਖੇ ਸੰਬੰਧੀ, ਰਿਸ਼ਤੇਦਾਰ, ਸੱਚੇ ਮਿੱਤਰ ਹੋ।
ਮਹਾਰਾਜ ਆਪ ਜੀ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਮਹਾਰਾਜ ਸਾਡੇ ਮਨ ਵਿੱਚ ਕਾਹਦੀ ਚਿੰਤਾ ਹੋ ਸਕਦੀ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਦੀ ਸੇਵਾ ਕਰੇ ਕਿ ਗਰੀਬ ਨਿਵਾਜ ਜੋ ਕੁਝ ਵੀ ਸੰਸਾਰ ਦੇ ਅੰਦਰ ਮੈਨੂੰ ਪ੍ਰਾਪਤ ਹੋਇਆ ਹੈ ਪ੍ਰਾਰਬਧ ਅਨੁਸਾਰ, ਇਹ ਅਸਲ ਦੇ ਵਿੱਚ ਮੇਰਾ ਨਹੀਂ ਹੈ। ਸਭ ਕੁਝ ਮਹਾਰਾਜ ਪਰਾਇਆ ਹੈ, ਸਭ ਕੁਝ ਮਹਾਰਾਜ ਨਾਸ਼ਵਾਨ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਗਰੀਬ ਨਿਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਗੁਰ ਸੇਵਹੁ ਸਦਾ ਆਪਣਾ। ਜੀਵਨ ਭਰ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ। ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਣ ਦੀ ਜੀਵਨ ਪਰਯੰਤ ਸੇਵਾ ਕਮਾ ਕਿ ਸਤਿਗੁਰੂ ਜੀ ਮੇਰੇ ਆਪਣੇ ਹਨ। ਤੇ ਜੋ ਜ਼ਿੰਦਗੀ ਵਿੱਚ ਆਪਣਾ ਹੁੰਦਾ ਹੈ, ਸਤ ਸੰਗਤ ਜੀ ਉਹ ਕਦੇ ਵੀ ਆਪਣੇ ਦਾ ਬੁਰਾ ਨਹੀਂ ਮਨਾਉਂਦਾ। ਆਪਣਾ ਆਪਣੇ ਦਾ ਕਦਾਚਿਤ ਵੀ ਬੁਰਾ ਨਹੀਂ ਮਨਾਉਂਦਾ, ਸਦਾ ਭਲਾ ਸੋਚਦਾ ਹੈ। ਦੁਸ਼ਮਣ ਜ਼ਰੂਰ ਵੈਰ ਭਾਵਨਾ ਰੱਖ ਕੇ ਆਪਣੇ ਦੁਸ਼ਮਣ ਦੇ ਵੈਰ ਭਾਵਨਾ ਦੇ ਮਨ ਵਿੱਚ ਹੋਣੇ ਕਰਕੇ ਬੁਰਾ ਸੋਚ ਸਕਦਾ ਹੈ, ਬੁਰਾ ਚਿਤਵ ਸਕਦਾ ਹੈ, ਪਰ ਆਪਣੇ ਦਾ ਕਦਾਚਿਤ ਬੁਰਾ ਨਹੀਂ ਸੋਚਣਾ ਕਰਦਾ। ਤਾਂ ਹਜ਼ੂਰ ਕਹਿੰਦੇ ਹਨ ਸਤਿਗੁਰੂ ਜੀ ਨੂੰ ਆਪਣਾ ਜਾਣ ਕਿ ਮਹਾਰਾਜ ਤੁਸੀਂ ਆਪਣੇ ਹੋ। ਹੇ ਮਹਾਰਾਜ ਤੁਸੀਂ ਕਦੇ ਵੀ ਮੇਰਾ ਬੁਰਾ ਸੋਚਣ ਵਾਲੇ ਨਹੀਂ। ਤੇ ਸਤਿਗੁਰੂ ਜੀ ਨੂੰ ਆਪਣਾ ਜਾਣ ਕੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਜੀਵਨ ਪਰਯੰਤ ਸੇਵਾ ਕਰ। ਗੁਰੂ ਬਚਨਾਂ ਦੀ ਸੇਵਾ ਕਰ, ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਕਰ। ਨਾਮ ਪਦਾਰਥ ਲਿਹੋ। ਤੇ ਗੁਰੂ ਚਰਨਾਂ ਦੀ ਸੇਵਾ ਕਰ ਕਰਕੇ ਮਹਾਰਾਜ ਸਾਹਿਬ ਜੀ ਤੋਂ ਨਾਮ ਦਾ ਪਦਾਰਥ ਲੈਣਾ ਕਰ। ਹੋਰ ਜਿੰਨੇ ਵੀ ਦੁਨੀਆ ਦੇ ਪਦਾਰਥ ਨੇ ਇਹ ਨਾਸ਼ਵਾਨ ਹਨ। ਜਿੰਨੇ ਵੀ ਮਾਇਕੀ ਪਦਾਰਥ ਹਨ ਸਦਾ ਰਹਿਣ ਵਾਲੇ ਨਹੀਂ ਹਨ। ਹੋਰ ਜਿੰਨੇ ਵੀ ਦੁਨੀਆ ਦੇ ਪਦਾਰਥ ਹੈ ਉਹਨਾਂ ਨੂੰ ਪਾ ਕੇ ਕਦੇ ਮਨ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਪਰ ਜੋ ਸਤਿਗੁਰੂ ਜੀ ਤੋਂ ਨਾਮ ਦਾ ਪਦਾਰਥ ਪਾਉਣਾ ਹੈ, ਇਹਦੇ ਨਾਲ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ। ਫਿਰ ਸਦਾ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਦਾ ਪਦਾਰਥ ਹੈ। ਇਸ ਨਾਮ ਪਦਾਰਥ ਕਰਕੇ ਹੀ ਸਾਧ ਸੰਗਤ ਜੀ ਪ੍ਰੇਮ ਪਦਾਰਥ ਪ੍ਰਾਪਤ ਹੁੰਦਾ ਹੈ। ਪ੍ਰੇਮ ਪਦਾਰਥ ਪਾ ਕਰਕੇ ਹੀ ਗਿਆਨ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਔਰ ਗਿਆਨ ਪਦਾਰਥ ਦੁਆਰਾ ਹੀ ਮੁਕਤ ਰੂਪ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਇਹਨਾਂ ਪਦਾਰਥਾਂ ਦਾ ਜ਼ਿਕਰ ਕੀਤਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਹੈ ਜੀਵਾ ਨਾਮ ਪਦਾਰਥ ਲਿਖੋ। ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਕੇ ਨਾਮ ਦਾ ਦਾਨ ਮੰਗਿਆ ਕਰ। ਮਹਾਰਾਜ ਕਿਰਪਾ ਕਰੋ, ਸ਼ਰਧਾ ਰੂਪ ਝੋਲੀ ਅੱਡ ਕੇ ਮੰਗ ਰਿਹਾ, ਮੇਰੇ ਝੋਲੀ ਵਿੱਚ ਨਾਮ ਦਾ ਦਾਨ ਪਾ ਦੇਵੋ। ਇਸ ਨਾਮ ਦਾਨ ਦੁਆਰਾ ਹੀ ਮਹਾਰਾਜ ਮੁਕਤੀ ਰੂਪ ਦਾਨ ਤੱਕ ਮੈਂ ਪਹੁੰਚ ਸਕਦਾ। ਨਾਮ ਪਦਾਰਥ ਨੂੰ ਪਾ ਕੇ ਹੀ ਫਿਰ ਪ੍ਰੇਮ ਪਾਵਾਂਗਾ। ਮਹਾਰਾਜ ਪਿਆਰ ਦੇ ਨਾਲ ਜਪ ਕਰਕੇ ਹਿਰਦੇ ਅੰਦਰ ਪਿਆਰ ਪੈਦਾ ਹੋਵੇਗਾ ਤੇ ਤੁਹਾਡੇ ਚਰਨਾਂ ਦੇ ਨਾਲ ਪਿਆਰ ਲੱਗਣੇ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ। ਫਿਰ ਉਸ ਪ੍ਰਕਾਸ਼ ਦੁਆਰਾ ਹੀ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕੇ ਮੁਕਤ ਪਦਾਰਥ ਦੀ ਪ੍ਰਾਪਤੀ ਕਰ ਸਕਾਂਗਾ। ਮਹਾਰਾਜ ਇਸ ਲਈ ਕਿਰਪਾ ਕਰੋ। ਹੇ ਸਤਿਗੁਰੂ ਜੀ ਸਾਨੂੰ ਨਾਮ ਰੂਪੀ ਪਦਾਰਥ ਦੀ ਦਾਤ ਬਖਸ਼ਿਸ਼ ਕਰੋ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹੈ ਗੁਰਸਿੱਖੋ ਐਸੀ ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਨੂੰ ਆਪਣਾ ਜਾਣ ਕੇ ਗੁਰੂ ਚਰਨਾਂ ਦੀ ਸੇਵਾ ਕਰਦਿਆਂ ਸਤਿਗੁਰਾਂ ਤੋਂ ਅਮੋਲਕ ਪਰਮੇਸ਼ਰ ਦਾ ਨਾਮ ਪਦਾਰਥ ਲੈਣਾ ਕਰੋ। ਭਗਤ ਕਰਹੁ ਤੁਮ ਸਹਿ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਸਹਿਪਾਤੀ ਪਰਮੇਸ਼ਵਰ ਹੈ, ਉਸ ਪਰਮਾਤਮਾ ਦੀ ਭਗਤੀ ਕਰਨਾ ਕਰੋ। ਹੇ ਗੁਰਸਿੱਖੋ ਪਿਆਰ ਵਿੱਚ ਭਿੱਜ ਕੇ ਉਸ ਪਰਮਾਤਮਾ ਦੀ ਭਗਤੀ ਕਰੋ। ਜੋ ਸਹਿ ਪਿਆਰੇ ਭਾਵੈ। ਜੋ ਭਗਤੀ ਪਰਮਾਤਮਾ ਨੂੰ ਭਾਵਦੀ ਹੈ, ਭਗਤੀ ਕਿਹੋ ਜਿਹੀ ਕਰਨੀ ਹੈ ਜੋ ਪਰਮੇਸ਼ਰ ਨੂੰ ਭਾਉਂਦੀ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਫਿਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਵਦਾ ਉਹਨੂੰ ਸਤ ਕਰਕੇ ਮੰਨਣਾ। ਮਹਾਰਾਜ ਕਹਿੰਦੇ ਪਰਮਾਤਮਾ ਦੀ ਭਗਤੀ ਕਰੋ, ਕਿਉਂਕਿ ਜਦੋਂ ਤੱਕ ਮਨੁੱਖ ਆਪਣਤ ਜਣਾਉਂਦਾ ਹੈ, ਮਨ ਅੰਦਰ ਹੰਕਾਰ ਗੁਬਾਰ ਕਰਦਾ ਰਹਿੰਦਾ, ਉਦੋਂ ਤੱਕ ਸਾਧ ਸੰਗਤ ਜੀ ਬੰਦਗੀ ਕਰਕੇ ਵੀ ਪੂਰਾ ਲਾਭ ਨਹੀਂ ਪ੍ਰਾਪਤ ਕਰਦਾ। ਪਰਮੇਸ਼ਰ ਦਾ ਨਾਮ ਜਪ ਕੇ ਵੀ ਪੂਰਾ ਲਾਹਾ ਨਹੀਂ ਖੱਟ ਸਕਦਾ। ਪਰ ਜੇ ਬੰਦਗੀ ਕਰਨ ਦੇ ਨਾਲ ਨਾਲ ਰੱਬ ਦੀ ਰਜ਼ਾ ਵਿੱਚ ਰਾਜ਼ੀ ਹੋ ਕੇ ਰਹਿੰਦਾ, ਪਰਮਾਤਮਾ ਨੂੰ ਯਾਦ ਕਰਦਾ, ਪਰਮੇਸ਼ਰ ਦੇ ਬਾਣੀ ਨੂੰ ਸਤ ਕਰਕੇ ਮੰਨਦਾ, ਉਹ ਕੀਤੀ ਹੋਈ ਭਗਤੀ ਪਰਮਾਤਮਾ ਨੂੰ ਭਾ ਜਾਂਦੀ ਹੈ। ਇਹ ਹਜ਼ੂਰ ਕਹਿੰਦੇ ਹੈ ਜੀਵ
ਮਾਲਕ ਪਰਮਾਤਮਾ ਦੀ ਭਗਤੀ ਕਰ, ਪਰ ਭਗਤੀ ਉਹ ਕਰ ਜਿਹੜੀ ਪਰਮਾਤਮਾ ਨੂੰ ਪਾਉਂਦੀ ਹੈ। ਵਿਖਾਵੇ ਦੀ ਭਗਤੀ ਨਹੀਂ, ਹਿਰਦੇ ਹੋ ਕੇ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕਰਿਆ ਕਰ। ਆਪਣਾ ਭਾਣਾ ਤੁਮ ਕਰਹੁ। हे जीव, जेकर तो अपना भाना करे, भाव के मन मत्ता करे, अपनी मन मत्ता संसार के अंदर जताई जावे कि मैं बड़ा सियाना हाँ, मेरे बड़ा मैं तो चतुर चलाक हाँ, मैं बहुत बड़ा ज्ञानवान हाँ, बड़ा ज्ञानी पुरख हाँ, अपना आप अपनाते ही संसार के अंदर जनावदा रहेगा तो सतगुरु जी के बाणी नूं ना मन्ने। भाव अपना जताई जावे कि इवें होना चाहिए, परमात्मा इवें होना चाहिए, पर परमेश्वर के भाणे नूं ना मन्ने, सतगुरु जी के बचनां नूं सत करके ना मन्ने। ते गरीब नवाज सतगुरु अमरदास साहिब महाराज कहते अपना भाणा तुम करहो। हे जीव, जेकर तू मन मत्ता ही जिंदगी पर करता रहेगा ਤਾਂ ਫਿਰ परमात्मा तेरे ते खुश नहीं होने वाला। परमात्मा अकाल पुरख वाहिगुरु जी की तेरे अंदर खुशी नहीं आने वाली, खुशी नहीं प्राप्त होने वाली। वाहिगुरु दियां खुशियां नहीं प्राप्त कर सकेगा जे मन मत्ता करनियां छड्डदा नहीं है। गरीब नवाज सतगुरु जी कहते जे मन मत्ता नूं अभाव कर देवे फिर मालिक की खुशी पा सकता है। सतगुरु जी ने कितना उच्चा रुतबा, महाराज साहिब जी ने उन्होंने सिखा नूं कितना माण बख्शिया है गुरबाणी अंदर, जो सतगुरु जी के भाणे नूं सत करके मनते हैं, गुरु बचना अनुसार जीवन निर्वाह करते हैं। पर जो सतगुरु जी के बचना नूं सत करके नहीं मनते, महाराज कहते हो फिर बेमुख हो के जावां दियां चोटां खांदे हैं। गरीब नवाज सतगुरु जी का पावन बचन है, सो सिख सखा बंधप है भाई, जे गुर के भाणे विच आवे, अपने भाणे जो चले भाई, विछड़ चोटा खावे। सतगुरु जी कहते हो साडा सखा है, भरा है, मित्र है, जेड़ा साडे बचनां नूं सत करके मनदा है। पर मन मत्ता करने वाला जो मनुख है फिर बेमुख हो करके जमां दियां चोटां खांदा है, बेमुख हो करके दर दर ते ठोकरां खांदा है, बार बार संसार के जूना विच पै करके बार बार भटकदा रहिंदा है। सतगुरु अमरदास साहिब पातशाह जी हजूर कहते हैं गुरसिखो अपना भाणा तुम करहो, ता फिर सह खुशी ना आवे। हे जीव, जेकर तू मन मत्ता करनियां छड्डदा नहीं तां फिर परमात्मा की खुशी नहीं तेन प्राप्त होने वाली। अकाल पुरख वाहिगुरु जी दी खुशियां तां पावेगा जे गुरु बचनां नूं सत करके मन्ने, जे महाराज शिव जी की बख्शे उपदेश नूं जीवन दे भी सत करके कमाई करे, तां ही महाराज कहते वाहिगुरु दियां खुशियां प्राप्त कर सकता है। सतगुरु जी का असीं बचन भी पढ़ते हाँ ना, लख खुशियां पातशाहिया जे सतगुर नदर करे। जे पूरे सतगुरु की कृपा की नदर होवे तां लखां खुशियां बादशाहियां प्राप्त होंदियां। जे ताई महाराज सच्चे पातशाह जी ने उच्चारण किया है कि जेकर गुरु के बचनों नूं सत करके मनदा है, गुरु की आज्ञा विच रह के जीवन निर्वाह करता है, सतगुरु जी के भाणे नूं सत करके मनदा है, सतगुरां दे बचनों नूं जीवन दे विच कमावदा है, ताई महाराज कहते वाहिगुरु दियां खुशियां और लखां ही बादशाहियां प्राप्त कर सकता है। हे जीव, जेड़ा भगती का मार्ग है ना बड़ा बिखड़ा, बड़ा कठिन है, बहुत दुत्तर है प्रेमा भगती का मार्ग। इस रस्ते ते चलना बड़ा औखा है। धन गुरु अमरदास साहिब जी के बचन पढ़ते हाँ आनंद साहिब बाणी अंदर, महाराज कहते हैं भगतां की चाल निराली, चाला निराली भगताह केरी, बिखम मार्ग चलना। इस भगती के मार्ग से चलना बड़ा बिखम है, बहुत कठिन है, बड़ा औखा है, क्योंकि इत्थे त्याग करना पैंदा है जो कि मनुख नूं भावंदा नहीं, जो मन नूं चंगा नहीं लगता, जो संसार के अंदर जीव की रुचि बने करके चित बिरती का लगाव बनने करके त्याग करना मन नूं चंगा नहीं लगता। लब लोभ अहंकार तज तृष्णा बहुत ना ही बोलना,
ਇਹ ਤਿਆਗ ਕਰਨਾ ਪੈਂਦਾ ਭਗਤੀ ਦੇ ਮਾਰਗ ਦੇ ਚੱਲਣ ਦੇ ਵਾਸਤੇ। ਇਹਨਾਂ ਅਸੂਲਾਂ ਨੂੰ, ਇਸ ਮਰਜ਼ਾਦਾ ਨੂੰ ਜੀਵਨ ਦੇ ਵਿੱਚ ਕਮਾਉਣਾ ਪੈਂਦਾ। ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤਿ ਪਾਏ, ਤਾਂ ਕਿਤੇ ਭਗਤੀ ਦੇ ਮਾਰਗ ਤੇ ਚੱਲਿਆ ਜਾਂਦਾ। ਪਰ ਜੇ ਸੰਸਾਰ ਦੀਆਂ ਗੱਲਾਂ ਬਾਤਾਂ ਵੀ ਹਰ ਸਮੇਂ ਕਰਦਾ ਰਹੇ, ਲੱਭ ਲੋਭ ਹੰਕਾਰ ਤ੍ਰਿਸ਼ਨਾ ਆਦਿਕ ਦਾ ਤਿਆਗ ਨਾ ਕਰੇ, ਉਹ ਮਨੁੱਖ ਕਦੇ ਭਗਤੀ ਦੇ ਮਾਰਗ ਤੇ ਚੱਲ ਨਹੀਂ ਸਕਦਾ। ਕਿਉਂਕਿ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਖੰਡੇ ਦੀ ਧਾਰ ਨਾਲੋਂ ਵੀ ਇਹ ਤਿੱਖਾ ਰਸਤਾ ਹੈ, ਤੇ ਵਾਲ ਦੇ ਨਾਲੋਂ ਬਰੀਕ ਰਸਤਾ ਇਹਦੇ ਤੇ ਚੱਲਣਾ ਬੜਾ ਦੁੱਧਰ ਹੈ, ਬੜਾ ਕਠਿਨ ਹੈ। ਸਤਿਗੁਰੂ ਦੀ ਜਿਨ੍ਹਾਂ ਨੂੰ ਚਲਾਉਣ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਚੱਲਦੇ ਨੇ। ਨਹੀਂ ਤਾਂ ਹਜ਼ੂਰ ਕਹਿੰਦੇ ਬੜਾ ਔਖਾ ਹੈ ਭਗਤ ਭਾਵ ਇਹੋ ਮਾਰਗ ਵਿਖੜਾ। ਭਗਤੀ ਨੂੰ ਭਾਵਨਾ ਦੇ ਨਾਲ ਕਰਨਾ। ਇੱਕ ਤਾਂ ਉਵੇਂ ਹੀ ਸਾਧ ਸੰਗਤ ਜੀ ਵਿਖਾਵੇ ਮਾਤਰ ਵੀ ਭਗਤੀ ਕਰੀ ਜਾਂਦੇ ਆ। ਇੱਕ ਉਹ ਸੰਸਾਰ ਦੇ ਜੀਵ ਹਨ ਜਿਹੜੇ ਭਾਵਨਾ ਦੇ ਨਾਲ ਕਰਦੇ ਹਨ। ਇੱਕ ਉਹ ਹਨ ਜਿਹੜੇ ਕੇਵਲ ਵੇਖਾ ਵਿਖਾਈ ਜਾਂ ਕਿਸੇ ਦੇ ਡਰ ਕਰਕੇ ਰੱਬ ਨੂੰ ਯਾਦ ਕਰਦੇ ਹਨ, ਭਗਤੀ ਕਰਦੇ ਨੇ। ਪਰ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਨਾ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਹਜ਼ੂਰ ਕਹਿੰਦੇ ਬੱਧਾ ਚੱਟੀ ਭਰਨੇ ਵਾਲਾ ਮਨੁੱਖ ਵੀ ਪੂਰਾ ਲਾਹਾ ਨਹੀਂ ਜ਼ਿੰਦਗੀ ਵਿੱਚ ਖੱਟ ਸਕਦਾ। ਤੇ ਜਿਨ੍ਹਾਂ ਨੇ ਪਿਆਰ ਭਾਵਨਾ ਦੇ ਨਾਲ ਪਰਮਾਤਮਾ ਦੀ ਭਗਤੀ ਕੀਤੀ ਹੈ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੈ। ਇਸ ਲਈ ਭਗਤ ਭਾਵ ਇਹੋ ਮਾਰਗ ਵਿਖੜਾ। हे ਗੁਰਸਿੱਖੋ, ਪ੍ਰੇਮਾ ਭਗਤੀ ਦਾ ਮਾਰਗ ਬੜਾ ਦੁੱਧਰ ਹੈ। ਕਿਉਂਕਿ ਮਨੁੱਖ ਪਰਿਵਾਰ ਤਿਆਗ ਸਕਦਾ, ਧਨ ਪਦਾਰਥਾਂ ਦਾ ਤਿਆਗੀ ਬਣ ਸਕਦਾ, ਪਰ ਜਿਹੜਾ ਵਿਕਾਰਾਂ ਦਾ, ਔਗਣਾਂ ਦਾ ਤਿਆਗ ਕਰਨਾ ਇਹ ਬੜਾ ਔਖਾ ਹੈ। ਮਹਾਰਾਜ ਹਜ਼ੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਸੰਸਾਰ ਦੇ ਅੰਦਰ ਬੜੇ ਬੜੇ ਰਿਖੀ ਮੁਨੀ ਇਸ ਮਾਇਆ ਦੇ ਗਾਲੇ ਹੋਏ ਗਲ ਗਏ ਹੈ। ਕਬੀਰ ਮਾਇਆ ਪਈ ਤੋ ਕਿਆ ਪਾਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਇਹ ਛੱਡਣਾ ਬੜਾ ਔਖਾ ਹੈ ਕਿ ਮੇਰਾ ਮਾਨ ਸਤਿਕਾਰ ਹੋਵੇ, ਲੋਕ ਮੇਰੀ ਜੈ ਜੈਕਾਰ, ਮੇਰੀ ਭਗਤੀ ਕਰਿਆ ਕਰਨ। ਬੜਾ ਔਖਾ ਹੈ, ਬਹੁਤ ਦੁੱਧਰ ਹੈ। ਪਰ ਜਿਨ੍ਹਾਂ ਨੇ ਛੱਡ ਦਿੱਤਾ ਉਹ ਇਸ ਭਗਤੀ ਦੇ ਮਾਰਗ ਤੇ ਚੱਲੇ ਹਨ, ਪ੍ਰੇਮਾ ਭਗਤੀ ਦੇ ਮਾਰਗ ਦੇ ਪਾਂਧੀ ਬਣ ਗਏ ਨੇ। ਸੋ ਹਜ਼ੂਰ ਕਹਿੰਦੇ ਐ ਗੁਰਸਿੱਖੋ, ਇਹ ਪ੍ਰੇਮਾ ਭਗਤੀ ਦਾ ਮਾਰਗ ਬੜਾ ਦੁੱਧਰ ਹੈ, ਬੜਾ ਕਠਿਨ ਹੈ। ਕੋਈ ਵਿਰਲਾ ਹੁੰਦਾ ਜਿਹੜਾ ਹਿਰਦੇ ਹੋ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਮਨ ਬਾਣੀ ਸਰੀਰ ਸਤਿਗੁਰਾਂ ਦੇ ਚਰਨਾਂ ਵਿੱਚ ਪਰਾਇਣ ਕਰ ਦਿੰਦਾ ਹੈ। हे ਮਹਾਰਾਜ, ਕਿਰਪਾ ਕਰੋ ਮੈਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ੋ। ਗੁਰਦੁਆਰੇ ਕੋ ਪਾਵੇ, ਕੋਈ ਵਿਰਲਾ ਪਾਵੰਦਾ ਹੈ। ਨਹੀਂ ਤਾਂ ਅਸੀਂ ਸਾਰੇ ਸਾਧ ਸੰਗਤ ਜੀ ਕੋਈ ਧਨ ਦੀ ਮੰਗ ਕਰਦੇ ਹਾਂ, ਕੋਈ ਪਦਾਰਥਾਂ ਦੀ, ਕੋਈ ਧੀਆਂ ਪੁੱਤਾਂ ਦੀ, ਔਰ ਸੰਸਾਰ ਦੇ ਸੁੱਖਾਂ ਦੀ, ਔਰ ਜਗਤ ਦੇ ਅੰਦਰ ਬਹੁਤੇ ਸੁੱਖਾਂ ਨੂੰ ਪਾਉਣ ਦੇ ਵਾਸਤੇ ਅਸੀਂ ਮੰਗਦੇ ਰਹਿੰਦੇ ਹਾਂ। ਪਰ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਭਗਤੀ ਦੀ ਮੰਗ ਕਰਦਾ ਹੈ। ਕੋਈ ਵਿਰਲਾ ਹੈ ਜਿਸ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕਰਕੇ ਬੇਨਤੀ ਕੀਤੀ, ਹੈ ਗਰੀਬ ਨਵਾਜ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਐਸੀ ਮੰਗਣ ਦੇ ਵਾਸਤੇ ਸੋਝੀ ਹੋਣੀ ਵੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਸਮਝ ਹੋਣੀ, ਗਿਆਨ ਹੋਣਾ ਵੀ ਜ਼ਰੂਰੀ ਹੈ। ਜਦੋਂ ਤੱਕ ਪਤਾ ਹੀ ਨਹੀਂ, ਸਮਝ ਹੀ ਨਹੀਂ ਕਿ ਪਰਮੇਸ਼ਰ ਦਾ ਨਾਮ ਕਿੰਨੀ ਵੱਡੀ ਅਮੋਲਕ ਦਾਤ ਹੈ, ਉਦੋਂ ਤੱਕ ਹੋਰ ਸੰਸਾਰ ਦੀਆਂ ਚੀਜ਼ਾਂ ਨੂੰ ਵੱਡੀਆਂ ਜਾਣ ਕਰਕੇ, ਵਸਤੂਆਂ ਨੂੰ, ਪਦਾਰਥਾਂ ਨੂੰ ਵੱਡੀਆਂ ਵਡਮੁੱਲੀਆਂ ਜਾਣ ਕੇ ਮੰਗਦਾ ਰਹਿੰਦਾ। ਪਰ ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਹਜ਼ੂਰ ਨੇ ਉਚਾਰਨ ਕੀਤਾ ਹੈ ਕਿ ਜਿਹੜੇ ਸੰਸਾਰ ਦੇ ਧਨ ਪਦਾਰਥ ਹੈ ਨਾ, ਭਾਵੇਂ ਧੀਆਂ ਪੁੱਤਰ ਵੀ ਹੈ, ਸੰਸਾਰ ਦੀਆਂ ਸਿਆਣਪਾਂ ਨੇ, ਚਤੁਰ ਚਲਾਕੀਆਂ ਨੇ, ਔਰ ਚੰਗਾ ਪਰਿਵਾਰ, ਸੰਸਾਰ ਦੇ ਅੰਦਰ ਇਹ ਸਭ ਕੁਝ ਹਜ਼ੂਰ ਨੇ ਗਿਣ ਕਰਕੇ ਕਿਹਾ। ਕਹਿੰਦੇ ਫਿਰ ਵੀ ਪਰਮੇਸ਼ਰ ਦੇ ਨਾਮ ਤੋਂ ਵੱਡਾ ਕੁਝ ਨਹੀਂ ਹੈ। ਵਾਹਿਗੁਰੂ ਦੇ ਨਾਮ ਦੀ ਸਮਸਤ ਨਹੀਂ ਪੁੱਜ ਸਕਦੇ। ਜੋ ਸ਼ਕਤੀ ਵਾਲਾ ਔਰ ਸਭ ਤੋਂ ਬਲ ਵਾਲਾ ਤੇ ਸਭ ਤੋਂ ਪਰਮ ਤੇ ਅਮੋਲਕ ਦਾਤ ਪਰਮੇਸ਼ਰ ਦਾ ਨਾਮ ਹੈ, ਇਹਦੀ ਸਮਸਤ ਕੋਈ ਦੁਨੀਆ ਦੀ ਦਾਤ ਪੁੱਜ ਨਹੀਂ ਸਕਦੀ। ਜਿਸ ਜੀਵ ਨੂੰ ਇੰਨਾ ਗਿਆਨ ਹੁੰਦਾ ਹੈ
ਮਹਾਰਾਜ ਕਹਿੰਦੇ ਗੁਰਦੁਆਰੇ ਕੋ ਪਾਵੇ, ਉਹ ਸਤਿਗੁਰਾਂ ਦੇ ਦੁਆਰੇ ਤੇ ਆ ਕੇ ਕੋਈ ਵਿਰਲਾ ਹੀ ਦਾਤ ਮੰਗਦਾ ਹੈ, ਮਹਾਰਾਜ ਮੈਨੂੰ ਨਾਮ ਦੀ ਦਾਤ ਦੇਵੋ। हे ਮਹਾਰਾਜ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮੇਰੇ ਮਨ ਵਿੱਚ ਚਾਹ ਹੈ, ਉਤਸ਼ਾਹ ਹੈ, ਤੇ ਚਾਹ ਤੇ ਉਤਸ਼ਾਹ ਉਹਦੇ ਮਨ ਵਿੱਚ ਹੀ ਪੈਦਾ ਹੋਵੇਗਾ ਨਾ ਜਿਹਨੂੰ ਸਮਝ ਪਾਵੇਗੀ ਕਿ ਵਾਹਿਗੁਰੂ ਦਾ ਨਾਮ ਅਮੋਲਕ ਦਾਤ ਹੈ, ਜਿਸ ਹਿਰਦੇ ਅੰਦਰ ਪਰਮਾਤਮਾ ਸੋਝੀ ਬਖਸ਼ਦਾ ਹੈ। ਤੇ ਹਜੂਰ ਕਹਿੰਦੇ ਹੋਰ ਤਾਂ ਸੰਸਾਰ ਭਰ ਦੇ ਅਣਗਿਣਤ ਜੀਵ ਜੰਤੂ ਹੈ, ਸੁਤੜੇ ਅਸੰਖ ਮਾਇਆ ਝੂਠੀ ਕਾਰਣੇ। ਉਹ ਝੂਠੀ ਮਾਇਆ ਦੇ ਮਾਇਕੀ ਸੁੱਖਾਂ ਦੇ ਵਾਸਤੇ ਹੀ ਸੰਸਾਰ ਦੇ ਅੰਦਰ ਅਵਿਦਿਆ ਦੀ ਨੀਂਦਰਾ ਵੀ ਸੁੱਤੇ ਰਹਿੰਦੇ ਨੇ। ਨਾਨਕ ਤੇ ਜਾਗਾਨਾ ਜੇ ਰਸਨਾ ਨਾਮ ਉਚਾਰਣੇ। ਕੋਈ ਜਾਗਰਤ ਅਵਸਥਾ ਵਿੱਚ ਵੀ ਹੈ ਪਰ ਟਾਵੇਂ ਟਾਵੇਂ ਬਹੁਤੇ ਨਹੀਂ, ਜਿਨ੍ਹਾਂ ਨੂੰ ਵਾਹਿਗੁਰੂ ਨੇ ਸੋਝੀ ਬਖਸ਼ੀ ਹੈ। ਗੁਰਦੁਆਰੇ ਕੋ ਪਾਵੇ, ਉਹ ਸਤਿਗੁਰਾਂ ਦੇ ਦੁਆਰੇ ਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੁਆਰੇ ਤੇ, ਸਤ ਸੰਗਤ ਰੂਪੀ ਦੁਆਰ ਤੇ ਆ ਕੇ ਨਾਮ ਦਾ ਦਾਨ ਮੰਗਦੇ ਹਨ। ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ, ਹੈ ਗੁਰਸਿੱਖੋ, ਜਿਨ੍ਹਾਂ ਜੀਵਾਂ ਤੇ, ਜਿਨ੍ਹਾਂ ਵਡਭਾਗੇ ਪੁਰਖਾਂ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਸੋ ਹਰ ਭਗਤੀ ਚਿਤ ਲਾਵੇ। ਉਹ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਨਾਲ ਚਿੱਤ ਲਾਉਂਦੇ ਹਨ। ਉਹ ਪ੍ਰਮਾਤਮਾ ਦਾ ਚਿੰਤਨ ਕਰਦੇ ਨੇ, ਹਿਰਦੇ ਹੋ ਕੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਨੇ, ਜਿਨ੍ਹਾਂ ਤੇ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦਾ ਹੈ। ਮੇਰੇ ਮਨ ਵੈਰਾਗੀਆ। ਹਜੂਰ ਉੱਤਮ ਭਗਤੀ ਦੁਆਰਾ ਹੋ ਕਰਕੇ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਉਪਦੇਸ਼ ਦੇ ਰਹੇ ਹੈ। हे ਗੁਰਸਿੱਖੋ, ਆਪਣੇ ਮਨ ਨੂੰ ਇਵੇਂ ਸਮਝਾਇਆ ਕਰੋ। हे ਗਰੀਬ ਨਵਾਜ, ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਮਨ ਨੂੰ ਸੰਬੋਧਨ ਕਰਨਾ ਚਾਹੀਦਾ ਹੈ, ਕਿਵੇਂ ਇਸ ਮਨ ਨੂੰ ਸਮਝਾਉਣਾ ਚਾਹੀਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਮੇਰੇ ਮਨ ਬੈਰਾਗੀਆ। हे ਮੇਰੇ ਮਨਾ, ਤੂੰ ਕਾਹਦਾ ਬੈਰਾਗ ਕਰਦਾ ਹੈ? हे ਮੇਰੇ ਮਨਾ, ਤੂੰ ਸੰਸਾਰ ਦੇ ਅੰਦਰ ਕਾਹਦੇ ਵਾਸਤੇ ਐਵੇਂ ਲੋਕਾਂ ਦੇ ਅੱਖੀਂ ਕੱਟਾ ਪਾਉਣ ਦੇ ਵਾਸਤੇ ਝੂਠਾ ਹੀ ਬੈਰਾਗ ਕਰਦਾ ਰਹਿੰਦਾ ਹੈ, ਝੂਠਾ ਹੀ ਸੰਸਾਰ ਦੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਬੈਰਾਗ ਕਰ ਕਿਸ ਦਿਖਾਵੇ। ਝੂਠਾ ਬੈਰਾਗ ਕਰ ਕਰਕੇ ਕਿਸ ਨੂੰ ਦਿਖਾਵੰਦਾ ਹੈ? ਇਸ ਸੰਸਾਰ ਦੇ ਅੰਦਰ ਭਾਵੇਂ ਤੂੰ ਲੋਕਾਂ ਨੂੰ ਗੁੰਮਰਾਹ ਕਰੀ ਜਾਵੇਂ, ਲੋਕਾਂ ਦੇ ਅੱਖੀਂ ਕੱਟਾ ਪਾਈ ਜਾਵੇਂ ਆਪਣੀ ਪੂਜਾ ਕਰਾਉਣ ਦੇ ਵਾਸਤੇ, ਆਪਣੀ ਮਾਣ ਵਡਿਆਈ ਸਤਿਕਾਰ ਲੈਣ ਦੇ ਵਾਸਤੇ ਕਿ ਮੈਂ ਬੜਾ ਵੈਰਾਗੀ ਪੁਰਖ ਹਾਂ, ਮੈਨੂੰ ਵੈਰਾਗ ਬੜਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, हे ਮਨਾ, ਤੂੰ ਕਿਸ ਨੂੰ ਸੰਸਾਰ ਦੇ ਅੰਦਰ ਵੈਰਾਗ ਕਰ ਕਰਕੇ ਦਿਖਾਵਣਾ ਕਰਦਾ ਹੈ? ਕਿਉਂਕਿ ਪ੍ਰਮਾਤਮਾ ਤਾਂ ਅੰਤਰਜਾਮੀ ਹੈ। ਅਕਾਲ ਪੁਰਖ ਵਾਹਿਗੁਰੂ ਤਾਂ ਸਭ ਕੁਝ ਜਾਣਨ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਸਭ ਕੁਝ ਜਾਣਦਾ ਹੈ। ਇਸ ਲਈ ਸੰਸਾਰ ਦੇ ਅੰਦਰ ਤੂੰ ਕਾਹਦੇ ਵਾਸਤੇ ਕਿਸ ਤਰ੍ਹਾਂ ਦਾ ਵੈਰਾਗ ਕਰ ਕਰਕੇ ਦਿਖਾਉਂਦਾ ਹੈ? ਆਂਕਨ ਭੀਤਰ ਤੇਲ ਕੋ ਡਾਰਹੁ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਕਈ ਤਾਂ ਜੋ ਅੱਖਾਂ ਨੂੰ ਤੇਲ ਲਾ ਲਾ ਕਰਕੇ ਤੇ ਅੱਖਾਂ ਵਿੱਚੋਂ ਪਾਣੀ ਵਗਾ ਵਗਾ ਕੇ ਲੋਕਾਂ ਨੂੰ ਭਰਮਾਈ ਜਾਂਦੇ ਹਨ। ਉਹ ਭੇਖਧਾਰੀ ਝੂਠਾ ਪਖੰਡ ਪਾਤ ਕਰ ਕਰਕੇ ਤੇ ਅੱਖਾਂ ਨੂੰ ਤੇਲ ਲਾ ਕਰਕੇ ਉਹ ਲੋਕਾਂ ਨੂੰ ਵਿਖਾਉਂਦੇ ਕਿ ਸਾਨੂੰ ਬੜਾ ਵੈਰਾਗ ਪੈਦਾ ਹੁੰਦਾ, ਹਰ ਸਮੇਂ ਵੈਰਾਗ ਸਾਡੇ ਅੰਦਰ ਰਹਿੰਦਾ ਹੈ। ਪਰ ਅਸਲ ਵੈਰਾਗੀ ਉਹ ਮੰਨਿਆ ਜਾਂਦਾ ਹੈ ਜਿਸ ਮਨ ਵਿੱਚ ਕਿਸੇ ਤਰ੍ਹਾਂ ਦੀ ਸੰਸਾਰ ਦੇ ਸੁੱਖਾਂ ਦੀ ਤਮਾ ਨਹੀਂ ਹੁੰਦੀ। ਜਿਹੜਾ ਜੀਵ ਸੰਸਾਰ ਦੇ ਸੁੱਖਾਂ ਤੋਂ ਲੈ ਕੇ ਬ੍ਰਹਮ ਲੋਕ ਦੇ ਸੁੱਖਾਂ ਤੱਕ ਸਭ ਨੂੰ ਕਾਨ ਦੀ ਵਿਸ਼ਟਾ ਦੀ ਤਰ੍ਹਾਂ ਜਾਣਦਾ ਹੈ, ਕਿਸੇ ਪ੍ਰਕਾਰ ਦੀ ਮਨ ਦੇ ਅੰਦਰ ਕੋਈ ਵਿਸ਼ਟਾ ਸੰਸਾਰ ਦੇ ਸੁੱਖਾਂ ਦੀ ਕੋਈ ਮਨ ਦੇ ਅੰਦਰ ਇੱਛਾ ਕੋਈ ਤਮਾ ਨਹੀਂ ਰਹਿੰਦੀ, ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਵੈਰਾਗੀ ਹੁੰਦਾ ਹੈ। ਜਿਸ ਦੀ ਚਿੱਤ ਬਿਰਤੀ ਸੰਸਾਰਾਕਾਰ ਤੋਂ ਉਪਰਾਮ ਹੋ ਕੇ ਬ੍ਰਹਮਾਕਾਰ ਬਣ ਜਾਵੇ, ਉਹ ਫਿਰ ਸੰਸਾਰ ਤੋਂ ਉਪਰਾਮ ਹੋ ਕਰਕੇ ਰਹਿੰਦਾ ਹੈ। ਤੋ ਹਜੂਰ ਕਹਿੰਦੇ ਹਨ, हे ਜੀਵਾ, ਤੂੰ ਕਿਸ ਨੂੰ ਵੈਰਾਗ ਕਰ ਕਰਕੇ ਦਿਖਾਉਂਦਾ? ਇਹ ਮੇਰੇ ਮਨਾ, ਐਵੇਂ ਕਿਵੇਂ ਸੰਸਾਰ ਦੇ ਅੰਦਰ ਲੋਕਾਂ ਨੂੰ ਤੂੰ ਬਾਰ-ਬਾਰ ਇਹ ਝੂਠਾ ਹੀ ਵੈਰਾਗ ਕਰ ਕਰਕੇ ਦਿਖਾਉਂਦਾ ਹੈ? ਹਰ ਸੋਹਿਲਾ ਤਨ ਸਦ ਸਦਾ।
ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਦਾ ਵਾਸਤੇ ਸੋਹਿਲਾ ਹਿਰਦੇ ਅੰਦਰ ਆਨੰਦ ਬਣਿਆ ਹੈ। ਤਿਨਾਂ ਨੂੰ ਸਦਾ ਰਹਿਣ ਵਾਲਾ ਸਦਾ ਹਿਰਦੇ ਅੰਦਰ ਇੱਕ ਰਸ ਆਨੰਦ ਬਣਿਆ ਹੈ। ਜੋ ਹਰ ਗੁਣ ਗਾਵਹਿ, ਹੀ ਮੇਰੇ ਮਨਾਂ ਜੋ ਪ੍ਰਮਾਤਮਾ ਦੇ ਗੁਣ ਗਾਉਂਦੇ ਹੈ, ਇਸ ਲਈ ਜੋ ਹਿਰਦੇ ਦਾ ਰਸ ਪਾਉਣਾ ਚਾਹੁੰਦਾ ਹੈ ਨਾ ਕਿ ਮੈਨੂੰ ਸਦਾ ਆਨੰਦ ਪ੍ਰਾਪਤ ਹੋਵੇ, ਵਾਹਿਗੁਰੂ ਦੇ ਆਨੰਦ ਦੀ ਪ੍ਰਾਪਤੀ ਹੋਵੇ, ਤਾਂ ਤੂੰ ਵੀ ਹਰ ਗੁਣ ਗਾਵੇ, ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ। ਜਿਨ੍ਹਾਂ ਨੇ ਗਾਇਆ ਤਿਨਾਂ ਦੇ ਹਿਰਦੇ ਅੰਦਰ ਸਦਾ ਇੱਕ ਰਸ ਪਰਮੇਸ਼ਰ ਦਾ ਆਨੰਦ ਬਣਿਆ ਹੈ। ਇਸ ਕਰਕੇ ਇਹ ਮਨਾ ਤੂੰ ਐਵੇਂ ਝੂਠਾ ਸੰਸਾਰ ਦੇ ਅੰਦਰ ਪਖੰਡ ਪਾਦ ਕਰਦਾ ਰਹਿੰਦਾ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਕਰ। ਪਰਮੇਸ਼ਰ ਦੇ ਗੁਣ ਪਿਆਰ ਵਿੱਚ ਭਿੱਜ ਕਰਕੇ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦੇ ਗੁਣ ਉਚਾਰਨ ਕਰਿਆ ਕਰ। ਕਰ ਬੈਰਾਗ ਤੂੰ ਛੋੜ ਪਾਖੰਡ, ਇਹ ਜਿਹੜਾ ਸੰਸਾਰ ਦੇ ਅੰਦਰ ਝੂਠਾ ਵੈਰਾਗ ਕਰਦਾ ਹੈ ਨਾ, ਪਖੰਡ ਪਾਦ ਕਰਦਾ ਹੈ, ਮਹਾਰਾਜ ਕਹਿੰਦੇ ਇਹਨੂੰ ਛੱਡ ਦੇ, ਇਹਨੂੰ ਤਿਆਗ ਦੇ। ਕਰ ਬੈਰਾਗ, ਜੇ ਵੈਰਾਗ ਕਰਨਾ ਹੀ ਹੈ ਤਾਂ ਅਸਲ ਵੈਰਾਗੀ ਬਣ। ਔਰ ਜਿਹੜਾ ਪਖੰਡ ਹੈ, ਪਖੰਡ ਛੁੱਟ ਹੈ। ਝੂਠਾ ਜਿਹੜਾ ਸੰਸਾਰ ਦੇ ਅੰਦਰ ਪਖੰਡ ਪਾਦ ਰਚਿਆ, ਝੂਠਾ ਤਨ ਤੇ ਲਿਬਾਸ ਬਣਾਇਆ ਹੋਇਆ ਹੈ, ਲੋਕਾਂ ਨੂੰ ਗੁੰਮਰਾਹ ਕਰਨੇ ਵਾਸਤੇ ਉਹਦਾ ਤਿਆਗ ਕਰ ਦੇ। ਕਰ ਵੈਰਾਗ, ਵੈਰਾਗ ਕਰਨਾ ਹੀ ਹੈ ਤਾਂ ਸੱਚਾ ਵੈਰਾਗ ਕਰ। ਪਿਆਰੇ ਪਰਮਾਤਮਾ ਦੀ ਯਾਦ ਵਿੱਚ ਜੁੜ, ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਦਾ ਅਹਿਸਾਸ ਕਰਕੇ ਪਰਮਾਤਮਾ ਆਪ ਤੋਂ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਵਿਛੜਿਆ ਹੋਇਆ ਸੰਸਾਰ ਦੇ ਅੰਦਰ। ਵੈਰਾਗ ਕਰਨਾ ਹੀ ਹੈ ਤਾਂ ਪਰਮਾਤਮਾ ਦੇ ਵਿਛੋੜੇ ਨੂੰ ਯਾਦ ਕਰ ਕਰਕੇ ਕਰ। ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਕਰਕੇ ਕਰ। ਐਵੇਂ ਸੰਸਾਰ ਦੇ ਅੰਦਰ ਪਖੰਡ ਪਾਦ ਨਾ ਕਰਨਾ ਕਰ। ਸੋ ਸਭ ਕਿਛ ਜਾਣੈ, ਕਿਉਂਕਿ ਲੋਕਾਂ ਦੀ ਅੱਖੀਂ ਕੱਟਾ ਤਾਂ ਪਾ ਲਵੇਂਗਾ, ਪਰ ਸੋ ਸਹੋ ਸਭ ਕੁਛ ਜਾਣੈ। ਉਹ ਸਹੋ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਪਤੀ ਪਰਮੇਸ਼ਰ ਹੈ, ਉਹ ਤਾਂ ਸਾਰਾ ਕੁਝ ਜਾਣਦਾ ਹੈ ਨਾ। ਉਹ ਤਾਂ ਹਰ ਇੱਕ ਤੇਰੀ ਹਰਕਤ ਨੂੰ ਪਹਿਚਾਣਦਾ ਹੈ ਨਾ। ਤੂੰ ਚੰਗਾ ਕੰਮ ਕਰਦਾ, ਮੰਦਾ ਕਰਦਾ, ਭਲਾ ਕਰਦਾ ਜਾਂ ਬੁਰਾ ਸੋਚਦਾ। ਮਹਾਰਾਜ ਕਹਿੰਦੇ ਜੋ ਕੁਝ ਵੀ ਤੂੰ ਆਪਣੇ ਮੰਦਰ ਸੋਚਦਾ ਵੀ ਹੈ, ਉਹ ਵੀ ਹਰ ਇੱਕ ਹਰਕਤ ਨੂੰ ਪਰਮੇਸ਼ਰ ਪਹਿਚਾਣਦਾ ਪਿਆ। ਹਰ ਇੱਕ ਦੇ ਅੰਦਰ ਦੀ ਜਾਣਨ ਵਾਲਾ ਉਹ ਪਰਮਾਤਮਾ ਤਾਂ ਸਭ ਕੁਝ ਜਾਣਦਾ। ਫਿਰ ਤੂੰ ਕਿਸ ਨੂੰ ਸੰਸਾਰ ਦੇ ਅੰਦਰ ਝੂਠਾ ਵੈਰਾਗ ਕਰ ਕਰਕੇ ਦਿਖਾਉਂਦਾ ਹੈ? ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਤਾਂ ਭਲਿਆਂ ਦੀ ਬੁਰਿਆਂ ਦੀ ਪੀੜਾਂ ਨੂੰ ਪਹਿਚਾਨਣ ਵਾਲਾ ਹੈ। ਸਭ ਦੇ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਹੈ। ਪਰਮਾਤਮਾ ਸਭ ਕੁਝ ਜਾਣਨ ਹਾਰਾ। ਇਸ ਲਈ ਹੀ ਮੇਰੇ ਮਨਾਂ ਤੂੰ ਪਖੰਡ ਨਾ ਕਰਿਆ ਕਰ। ਸੱਚਾ ਵੈਰਾਗ ਧਾਰਨ ਕਰਕੇ ਵਾਹਿਗੁਰੂ ਨੂੰ ਪਿਆਰ ਵਿੱਚ ਭਿੱਜ ਕਰਕੇ ਯਾਦ ਕਰਿਆ ਕਰ। ਜਲ ਥਲ ਮਹੀਅਲ ਏਕੋ ਸੋਈ, ਉਹ ਪਰਮਾਤਮਾ ਜਲਾਂ ਵਿੱਚ ਵੀ, ਥਲਾਂ ਵਿੱਚ ਵੀ ਤੇ ਮਹੀਅਲ ਪ੍ਰਿਥਵੀ ਦੇ ਵਿੱਚ ਵੀ, ਮਹੀ ਧਰਤੀ ਤੇ ਅਲ ਆਕਾਸ਼ ਸਭ ਥਾਵਾਂ ਤੇ ਸਰਬ ਵਿਆਪਕ ਹੈ। ਗੁਰਮੁਖ ਹੁਕਮ ਪਛਾਣੈ, ਪਰ ਗੁਰਮੁਖਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਣਿਆ, ਜਿਨ੍ਹਾਂ ਨੇ ਜੀਵਨ ਵਿੱਚ ਗੁਰਮੁਖਤਾਈ ਧਾਰਨ ਕੀਤੀ ਹੈ। ਅਥਵਾ ਸਤਿਗੁਰੂ ਜੀ ਕਹਿੰਦੇ ਨੇ ਜਲ ਥਲ ਮਹੀਅਲ ਏਕੋ ਸੋਈ। ਜਲ ਦੀ ਤਰ੍ਹਾਂ ਪ੍ਰੇਮੀਆਂ ਦੇ ਹਿਰਦੇ ਅੰਦਰ, ਜਿਨ੍ਹਾਂ ਹਿਰਦੇ ਅੰਦਰ ਪ੍ਰੇਮ ਰੂਪ ਜਲ ਹੈ, ਉਹਨਾਂ ਹਿਰਦੇ ਅੰਦਰ ਵੀ ਪਰਮਾਤਮਾ ਸਰਬ ਵਿਆਪਕ ਹੈ। ਥਲ ਜਿਹੜੇ ਖੁਸ਼ਕ ਸੁਭਾਅ ਵਾਲੇ ਸੰਸਾਰ ਦੇ ਜੀਵ, ਉਹਨਾਂ ਵਿੱਚ ਵੀ ਪਰਮਾਤਮਾ ਵੱਸਦਾ ਹੈ। ਮਹੀ ਧਰਤੀ ਦੀ ਤਰ੍ਹਾਂ ਧੀਰਜ ਧਾਰੀਆਂ ਦੇ ਵਿੱਚ ਵੀ ਪਰਮਾਤਮਾ ਹੈ। ਅਲ ਆਕਾਸ਼ ਦੀ ਤਰ੍ਹਾਂ ਜਿਹੜੇ ਚਿਦਾਕਾਸ਼ ਬ੍ਰਹਮ ਵੇਦੇ, ਉਹਨਾਂ ਦੇ ਹਿਰਦੇ ਅੰਦਰ ਵੀ ਪਰਮਾਤਮਾ ਹੈ। ਸਤਿਗੁਰੂ ਜੀ ਕਹਿੰਦੇ ਹਨ ਸਰਬ ਥਾਵਾਂ ਤੇ ਪਰਮੇਸ਼ਰ ਵਰਤਦਾ ਹੈ। ਗੁਰਮੁਖ ਹੁਕਮ ਪਛਾਣੈ। हे ਜੀਵ, ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੀ ਪ੍ਰਾਪਤੀ ਕਰਕੇ ਹੀ ਵਾਹਿਗੁਰੂ ਦੇ ਹੁਕਮ ਦੀ ਪਹਿਚਾਣ ਕਰ ਸਕਦਾ ਹੈ। ਜਿਨ ਹੁਕਮ ਪਛਾਤਾ ਹਰੀ ਤੇਰਾ, ਜਿਨ੍ਹਾਂ ਨੇ ਹੁਕਮ ਵਾਹਿਗੁਰੂ ਦੀ ਸਤ ਚੇਤਨ ਆਨੰਦ ਸਰੂਪ ਨੂੰ ਪਹਿਚਾਣ ਲਿਆ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਨ੍ਹਾਂ ਨੇ ਸਰੂਪ ਦੀ ਪਹਿਚਾਣ ਕਰ ਲਈ ਹੈ, ਸੋਈ ਸਰਬ ਸੁਖ ਪਾਵੇ। ਉਹਨਾਂ ਵਡਭਾਗੇ ਪੁਰਖਾਂ ਨੇ ਹੀ ਸਾਰੇ ਸੁੱਖਾਂ ਨੂੰ ਪਾਇਆ। ਸਾਰੇ ਸੁੱਖਾਂ ਦੇ ਮਾਲਕ ਪਰਮੇਸ਼ਰ ਨੂੰ ਪਾਇਆ। ਤਿੰਨੀ ਸਰਬ ਸੁਖ ਪਾਵੇ। ਮਹਾਰਾਜ ਕਹਿੰਦੇ ਤਿੰਨਾਂ ਨੇ ਹਰ ਇੱਕ ਸੁਖ ਪ੍ਰਾਪਤ ਕੀਤਾ।
ਅਕਾਲ ਪੁਰਖ ਵਾਹਿਗੁਰੂ ਨੇ ਕੋਈ ਵੀ ਸੁੱਖ ਉਹਨਾਂ ਤੋਂ ਲੁਕਾ ਕਰਕੇ ਨਹੀਂ ਰੱਖਿਆ। ਸਭ ਸੁੱਖ ਪਰਮੇਸ਼ਰ ਨੇ ਉਹਨਾਂ ਦੀ ਝੋਲੀ ਵਿੱਚ ਪਾਏ ਨੇ। ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਬੁੱਝਿਆ, ਜਿਨ੍ਹਾਂ ਨੇ ਗੁਰੂ ਕਿਰਪਾ ਦੇ ਪਾਤਰ ਬਣ ਕੇ ਪਰਮਾਤਮਾ ਦੇ ਸਰੂਪ ਨੂੰ ਪਹਿਚਾਣ ਲਿਆ ਹੈ। ਸਾਧ ਸੰਗਤ ਜੀ, ਜਿਵੇਂ ਦਾਤਾ ਘਰ ਦੇ ਵਿੱਚ ਆ ਜਾਵੇ ਤੇ ਦਾਤਾਂ ਪਿੱਛੇ ਨਹੀਂ ਰਹਿ ਜਾਂਦੀਆਂ, ਸਭ ਕੁਝ ਨਾਲ ਹੀ ਆ ਜਾਂਦਾ ਹੈ। ਬਾਦਸ਼ਾਹ ਕਿਤੇ ਚੱਲ ਕੇ ਜਾਵੇ ਨਾ ਤੇ ਸਾਰਾ ਸਾਜੋ ਸਮਾਨ, ਜਿੰਨੇ ਵੀ ਨੌਕਰ ਚਾਕਰ, ਸਭ ਕੁਝ ਉਹਦੇ ਨਾਲ ਹੀ ਜਾਂਦੇ ਜਿੱਥੇ ਵੀ ਜਾਂਦਾ ਹੈ। ਔਰ ਇਸੇ ਤਰ੍ਹਾਂ ਜਿੱਥੇ ਦਾਤਾ ਜਾਵੇ, ਦਾਤਾਂ ਪਿੱਛੇ ਨਹੀਂ ਰਹਿ ਜਾਂਦੀਆਂ। ਤੇ ਸਭ ਨੂੰ ਸੁੱਖ ਦੇਣ ਵਾਲਾ, ਸੁੱਖਾਂ ਦਾ ਘਰ ਜਿੱਥੇ ਆ ਕੇ ਨਿਵਾਸ ਕਰ ਲਵੇ, ਉੱਥੇ ਕੋਈ ਵੀ ਸੁੱਖ ਪਿੱਛੇ ਨਹੀਂ ਰਹਿ ਜਾਂਦਾ। ਗੁਰੂ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੀ ਪਹਿਚਾਣ ਕਰ ਲਈ ਹੈ, ਸੁਖ ਸਰੂਪ ਪਰਮਾਤਮਾ ਦੇ ਸਰੂਪ ਨੂੰ ਜਾਣਦੇ ਹੈ। ਸਤਿਗੁਰੂ ਜੀ ਕਹਿੰਦੇ ਹਨ, ਸੋਈ ਸਰਬ ਸੁਖ ਪਾਵੇ। ਤਿਨਾਂ ਨੇ ਸਾਰੇ ਹੀ ਸੁਖ ਵਾਹਿਗੁਰੂ ਦੇ ਸਰੂਪ ਦੁਆਰਾ ਪਾ ਲਏ ਹਨ। ਇਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਉਹ ਅਸਲ ਵੈਰਾਗੀ ਪੁਰਖ ਹਨ। ਜਿਹੜੇ ਸਿੱਖ ਰਾਤ ਵੀ ਦਿਨੇ ਵੀ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲਾ ਕੇ ਰੱਖਦੇ ਹਨ, ਚਿਤ ਬਿਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੋੜੀ ਰੱਖਦੇ ਹਨ, ਉਹ ਅਸਲ ਵੈਰਾਗੀ ਹਨ। ਔਰ ਜਿਹੜੇ ਕੇਵਲ ਵਿਖਾਵੇ ਮਾਤਰ ਹੀ ਸੰਸਾਰ ਦੇ ਅੰਦਰ ਵੈਰਾਗ ਕਰਦੇ ਹੈ, ਤਿਨਾਂ ਨੂੰ ਮਹਾਰਾਜ ਕਹਿੰਦੇ, ਐਸੇ ਪਖੰਡ ਪਾਦ ਕਰਨ ਵਾਲੇ ਜਿਹੜੇ ਪਖੰਡੀ ਜੀਵ ਹਨ, ਉਹਨਾਂ ਨੂੰ ਵੈਰਾਗੀ ਨਹੀਂ ਕਿਹਾ ਜਾ ਸਕਦਾ। ਅਸਲ ਉਹ ਵੈਰਾਗੀ ਹੈ ਜੋ ਅਨ ਦਿਨ ਹਰ ਲਿਵ ਲਾਵੇ, ਰਾਤ ਵੀ ਦਿਨੇ ਵੀ ਅੱਠੇ ਪਹਿਰ ਪਰਮਾਤਮਾ ਦੇ ਚਰਨਾਂ ਵਿੱਚ ਚਿਤ ਬਿਰਤੀ ਲਗਾ ਕੇ ਰੱਖਦੇ ਹਨ। ਕਦੇ ਵੀ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਵਿੱਚੋਂ ਟੁੱਟਣ ਨਹੀਂ ਦਿੰਦੇ, ਹਰ ਸਮੇਂ ਸ਼ਬਦ ਦੇ ਵਿੱਚ ਲਿਵ ਲਾਈ ਰੱਖਦੇ ਹਨ। ਹੇ ਮਨਾ, ਤੂੰ ਜਿੱਥੇ ਜਿੱਥੇ ਵੀ ਦੌੜ ਭੱਜ ਕਰਦਾ, ਧਾਵਦਾ ਜਿੱਧਰ ਜਿੱਧਰ ਵੀ ਧਾਉਂਦਾ ਹੈ, ਕਿਉਂਕਿ ਮਨ ਦਾ ਸੁਭਾਅ ਛਿਨ ਮਾਤਰ ਸਮੇਂ ਵਿੱਚ ਹੀ ਉਡਾਰੀਆਂ ਮਾਰ ਦਿੰਦਾ। ਗਰੀਬ ਨਵਾਜ ਮਹਾਰਾਜ ਕਹਿੰਦੇ, ਇਹੋ ਮਨ ਉੱਡਣ ਪੰਖੇਰੂ ਬਨ ਕਾ, ਜੰਗਲ ਦੇ ਪੰਛੀ ਦੀ ਤਰ੍ਹਾਂ ਇਹ ਮਨ ਹੈ। ਮਨ ਨੂੰ ਕਿਤੇ ਅੜੀਅਲ ਘੋੜੇ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਫਿਰ ਕਿਤੇ ਅਸ਼ੁੱਧ ਸੋਨੇ ਦੀ ਤਰ੍ਹਾਂ, ਕਿਤੇ ਸਾਧ ਸੰਗਤ ਜੀ ਪੰਛੀ ਦੀ ਤਰ੍ਹਾਂ। ਮਨ ਕਿਹੋ ਜਿਹਾ ਹੈ? ਸਤਿਗੁਰੂ ਜੀ ਕਹਿੰਦੇ, ਮਨ ਜਿਹੜਾ ਹੈ ਸੰਕਲਪਾਂ ਵਿਕਲਪਾਂ ਰੂਪੀ ਪੰਖਾਂ ਦੇ ਸਹਾਰੀਆਂ ਉਡਾਰੀਆਂ ਮਾਰਦਾ ਹੈ। ਛਿਨ ਮਾਤਰ ਸਮੇਂ ਵਿੱਚ ਕਦੇ ਚੰਗਾ ਫੁਰਨਾ, ਕਦੇ ਮੰਦਾ ਫੁਰਨਾ, ਇਹਨਾਂ ਸੰਕਲਪਾਂ ਵਿਕਲਪਾਂ ਦੇ ਸਹਾਰੇ ਹੀ ਮਨ ਤੁਰਿਆ ਫਿਰਦਾ। ਛਿਨ ਮਾਤਰ ਸਮੇਂ ਵਿੱਚ ਹੀ ਦਸਾਂ ਦਿਸ਼ਾਵਾਂ ਵਿੱਚ ਧਾਵ ਧਾਈ ਕਰਕੇ ਆ ਜਾਂਦਾ। ਛਿਨ ਮਾਤਰ ਸਮੇਂ ਵਿੱਚ ਇੱਥੇ ਬੈਠਾ, ਇੱਥੇ ਬੈਠਿਆਂ ਹੋਇਆਂ ਵਿਦੇਸ਼ਾਂ ਵਿੱਚ ਫਿਰ ਆਉਂਦਾ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਜਹ ਜਹ ਮਨ ਤੂੰ ਧਾਵਦਾ। ਹੇ ਮਨਾ, ਤੂੰ ਜਿੱਥੇ ਜਿੱਥੇ ਵੀ ਦੌੜ ਭੱਜ ਕਰਦਾ, ਜਿੱਧਰ ਵੀ ਜਾਂਦਾ ਹੈ, ਉੱਥੇ ਉੱਥੇ ਪਰਮਾਤਮਾ ਤੇਰੇ ਨਾਲ ਵਸਦਾ ਹੈ। ਕਿਉਂਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੈਨੂੰ ਬਲ ਦੇ ਰਿਹਾ, ਤੈਨੂੰ ਚੇਤਨ ਦਾ ਪ੍ਰਦਾਨ ਕਰ ਰਿਹਾ ਹੈ। ਤਾਂ ਹੀ ਤੂੰ ਧਾਵਾ ਧਾਈ ਕਰ ਰਿਹਾ, ਤਾਂ ਹੀ ਭੱਜ ਦੌੜ ਕਰ ਰਿਹਾ, ਤਾਂ ਹੀ ਦਸਾਂ ਦਿਸ਼ਾਵਾਂ ਦੇ ਵਿੱਚ ਫਿਰ ਆਉਂਦਾ, ਕਦੇ ਪੂਰਬ, ਕਦੇ ਪੱਛਮ, ਕਦੇ ਉੱਤਰ, ਕਦੇ ਦੱਖਣ ਦੀ ਦਿਸ਼ਾ ਵੱਲ। ਪਤਾ ਹੀ ਨਹੀਂ ਲੱਗਦਾ ਛਿਨ ਮਾਤਰ ਸਮੇਂ ਵਿੱਚ ਕਿੱਥੇ ਕਿੱਥੇ ਫਿਰ ਆਉਂਦਾ ਹੈ। ਪਰ ਇਹ ਨਿਸ਼ਚੈ ਕਰਕੇ ਜਾਣ, ਤਹਿ ਤਹਿ ਤੇਰਾ ਨਾਲੇ, ਜਿੱਥੇ ਜਿੱਥੇ ਤੂੰ ਜਾਂਦਾ ਹੈ ਮਨਾ, ਉੱਥੇ ਉੱਥੇ ਪਰਮਾਤਮਾ ਤੇਰੇ ਨਾਲ ਵਸਦਾ ਹੈ। ਪਰਮੇਸ਼ਰ ਹਰ ਸਮੇਂ ਤੈਨੂੰ ਦੇਖਦਾ ਹੈ, ਹਰ ਸਮੇਂ ਤੈਨੂੰ ਸੁਣਦਾ ਹੈ। ਸੰਸਾਰ ਦੇ ਕਿਸੇ ਵੀ ਕੋਨੇ 'ਤੇ ਭਾਵੇਂ ਤੂੰ ਚਲਾ ਜਾਂਦਾ ਹੈ, ਭਾਵੇਂ ਵੱਡੀਆਂ ਵੱਡੀਆਂ ਗੁਫਾਵਾਂ ਵੀ ਬਣਾਈਆਂ ਹੋਣ, ਮਹਾਰਾਜ ਕਹਿੰਦੇ ਹੈ ਜੀਵ ਪਰਮੇਸ਼ਰ ਤੇਰੇ ਨਾਲ ਹੀ ਹਰ ਸਮੇਂ ਜਾਣ ਵਾਲਾ ਹੈ। ਜਿਵੇਂ ਪਰਛਾਵਾਂ ਕਦੇ ਜੀਵ ਦੇ ਨਾਲੋਂ ਵੱਖ ਨਹੀਂ ਨਾ ਹੁੰਦਾ, ਇਸੇ ਤਰ੍ਹਾਂ ਪਰਮਾਤਮਾ ਵੀ ਕਦੇ ਜੀਵ ਤੋਂ ਵੱਖ ਨਹੀਂ ਹੈ, ਸਰਬ ਵਿਆਪਕ ਹੈ। ਸਭ ਥਾਵਾਂ 'ਤੇ ਇਹ ਮਨ ਤੇਰੇ ਨਾਲ ਜਾਣ ਵਾਲਾ ਹੈ। ਇਸ ਲਈ ਮਨਾ ਤੂੰ ਆਪਣੀਆਂ ਸਿਆਣਪਾਂ ਛੱਡ ਦੇ। ਕਦੇ ਬੁੱਧੀ ਦੀਆਂ ਜਿਹੜੀਆਂ ਸਿਆਣਪਾਂ ਨੇ, ਚਤੁਰਾਈਆਂ ਨੇ, ਜੋ ਕਹਿੰਦਾ ਕਿ ਮੈਂ ਬੜਾ ਅਕਲਵਾਨ, ਬੜਾ ਹੈ ਮੈਂ ਬੁੱਧੀਮਾਨ ਹਾਂ ਸੰਸਾਰ ਅੰਦਰ, ਲੋਕ ਬੜਾ ਮੇਰਾ ਸਤਿਕਾਰ ਕਰਦੇ ਨੇ, ਕਿਉਂਕਿ ਮੇਰੇ ਨਾਲੋਂ ਕੋਈ ਸਿਆਣਾ ਵੱਧ ਕੇ ਹੈ ਨਹੀਂ।
ਪਰ ਗੁਰੂ ਘਰ ਦੇ ਵਿੱਚ ਗੁਰਮਤਿ ਦੇ ਵਿੱਚ ਸਾਧ ਸੰਗਤ ਜੀ ਸਿਆਣਪਾਂ ਚਤੁਰਾਈਆਂ ਦਾ ਤਿਆਗ ਕਰਨਾ ਪੈਂਦਾ ਹੈ। ਜਗਤ ਦੇ ਅੰਦਰ ਸਿਆਣਪਾਂ ਚਤੁਰਾਈਆਂ ਜਤਾ ਲੈਂਦਾ ਹੈ, ਲੋਕ ਮਾਣ ਵਡਿਆਈ ਦਿੰਦੇ ਨੇ, ਪਰ ਗੁਰਮਤਿ ਦੇ ਵਿੱਚ ਸਭ ਕੁਝ ਤਿਆਗ ਕਰਨਾ ਪੈਂਦਾ ਤਾਂ ਕਿਤੇ ਜਾ ਕੇ ਪ੍ਰਾਪਤੀ ਹੁੰਦੀ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਮਨ ਸਿਆਣਪ ਛੋਡੀ ਹੈ, ਤੂੰ ਆਪਣੀਆਂ ਸਿਆਣਪਾਂ ਛੱਡ ਦੇ। ਜਿਹੜਾ ਵੇਦਾਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕੀਤਾ, ਇਹਨਾਂ ਦੀਆਂ ਸਿਆਣਪਾਂ ਜਤਾਉਂਦਾ, ਸਭ ਛੱਡ ਦੇਣਾ ਕਰ। ਗੁਰ ਕਾ ਸ਼ਬਦ ਸੰਭਾਲੇ, ਸਤਿਗੁਰੂ ਜੀ ਦੇ ਸ਼ਬਦ ਨੂੰ ਹਿਰਦੇ ਅੰਦਰ ਸੰਭਾਲ, ਹਿਰਦੇ ਅੰਦਰ ਸੰਭਾਲੇ, ਯਾਦ ਕਰਿਆ ਕਰ, ਸਿਮਰਿਆ ਕਰ ਜੋ ਸਤਿਗੁਰਾਂ ਨੇ ਸ਼ਬਦ ਬਖਸ਼ਿਆ ਹੈ। ਮਹਾਰਾਜ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਇਹਨਾਂ ਨੂੰ ਹਿਰਦੇ ਅੰਦਰ ਯਾਦ ਰੱਖ ਕਿ ਬੜੇ ਬੜੇ ਸੰਸਾਰ ਦੇ ਸਿਆਣਪਾਂ ਵਾਲੇ, ਚਤਰਾਈਆਂ ਵਾਲੇ, ਬੜੀਆਂ ਬੜੀਆਂ ਅਕਲਾਂ ਵਾਲੇ ਸੰਸਾਰ ਤੋਂ ਚਲੇ ਗਏ, ਮਰ ਮੁੱਕ ਗਏ, ਕੋਈ ਨਹੀਂ ਕਿਸੇ ਨੂੰ ਬਾਅਦ ਵਿੱਚ ਯਾਦ ਕਰਦਾ। ਜੇ ਕਿਸੇ ਨੂੰ ਯਾਦ ਕੀਤਾ ਜਾਂਦਾ ਹੈ ਤੇ ਨਿਮਰਤਾ ਵਾਲਿਆਂ ਨੂੰ, ਜਿਨ੍ਹਾਂ ਨੇ ਇਆਣਾਪਣ ਜ਼ਿੰਦਗੀ ਵਿੱਚ ਧਾਰਨ ਕਰਕੇ ਰੱਖਿਆ, ਤਿਨਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਆਪਣਤ ਨੂੰ ਮਿਟਾਇਆ, ਜਿਨ੍ਹਾਂ ਨੇ ਹੰਕਾਰ ਦਾ ਨਾਸ਼ ਕਰ ਦਿੱਤਾ ਹੈ, ਸਤਿਗੁਰੂ ਜੀ ਕਹਿੰਦੇ ਤਿਨਾਂ ਨੂੰ ਅਸਲ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਇਸ ਲਈ ਮੇਰੇ ਮਨਾਂ ਤੋਂ ਸਿਆਣਪਾਂ ਚਤੁਰਾਈਆਂ ਛੱਡ ਕੇ ਸਤਿਗੁਰੂ ਜੀ ਦੇ ਸ਼ਬਦ ਨੂੰ ਯਾਦ ਕਰਿਆ ਕਰ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਹਿਰਦੇ ਅੰਦਰ ਸਦਾ ਹੀ ਸਿਮਰਿਆ ਕਰ। ਸਾਥ ਤੇਰੇ ਸੋ ਸੋ ਸਦਾ ਹੈ। ਅਕਾਲ ਪੁਰਖ ਪਰਮਾਤਮਾ ਜੋ ਸਹੁ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ, ਉਹ ਸਦਾ ਹੀ ਤੇਰੇ ਨਾਲ ਵਸਦਾ ਹੈ। ਇੱਕ ਖਿਨ ਹਰ ਨਾਮ ਸੰਭਾਲੇ, ਇਸ ਲਈ ਇੱਕ ਖਿਨ ਮਾਤਰ ਸਮਾਂ ਹੀ ਕਿਤੇ ਪਰਮਾਤਮਾ ਦਾ ਨਾਮ ਸਿਮਰ ਲਿਆ ਕਰ, ਪਰਮਾਤਮਾ ਨੂੰ ਯਾਦ ਕਰ ਲਿਆ ਕਰ, ਜਿਹੜਾ ਹਰ ਸਮੇਂ ਤੇਰੇ ਨਾਲ ਵਸਦਾ ਹੈ। ਤੇ ਜੋ ਕੁਝ ਸਦਾ ਰਹਿਣ ਵਾਲਾ ਨਹੀਂ, ਸਦਾ ਤੇਰੇ ਨਾਲ ਨਹੀਂ ਵਸਦਾ, ਉਹਨਾਂ ਨੂੰ ਤੂੰ ਯਾਦ ਕਰਦਾ ਰਹਿੰਦਾ। ਜਿਹੜੇ ਔਕੜ ਦੇ ਸਮੇਂ ਤੇਰੇ ਨਾਲ ਵੀ ਕੋਈ ਨਿਭਣ ਵਾਲੇ ਨਹੀਂ, ਤਿਨਾਂ ਦੀ ਯਾਦ ਵਿੱਚ ਜੁੜਿਆ ਰਹਿੰਦਾ, ਤਿਨਾਂ ਨੂੰ ਹਰ ਸਮੇਂ ਯਾਦ ਕਰਦਾ ਰਹਿੰਦਾ, ਪਰ ਜੋ ਸਦਾ ਹੀ ਤੇਰੇ ਨਾਲ ਵਸਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਨੂੰ, ਪਰਮਾਤਮਾ ਨੂੰ ਤਾਂ ਤੂੰ ਕਦੇ ਯਾਦ ਕਰਦਾ ਨਹੀਂ। ਜਿਸ ਵਾਹਿਗੁਰੂ ਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਿਆ ਲਟਕਿਆ ਹੋਇਆ ਤੇਰੀ ਪਰਵਰਿਸ਼ ਕੀਤੀ ਹੈ, ਜਿਸ ਪਰਮਾਤਮਾ ਨੇ ਜਠਰਾ ਅਗਨੀ ਤੋਂ ਤੈਨੂੰ ਬਚਾ ਕੇ ਰੱਖਿਆ, ਤੈਨੂੰ ਆਂਚ ਨਹੀਂ ਆਉਣ ਦਿੱਤੀ, ਹੈ ਜੀਵ ਉਸ ਪਰਮਾਤਮਾ ਨੂੰ ਬਹੁਤਾ ਤਾਂ ਨਹੀਂ, ਖਿਨ ਮਾਤਰ ਸਮਾਂ ਕਿਤੇ ਹਿਰਦੇ ਹੋ ਕੇ ਸਿਮਰ ਲਿਆ ਕਰ। ਖਿਨ ਮਾਤਰ ਸਮਾਂ ਜੇ ਪਰਮਾਤਮਾ ਨੂੰ ਯਾਦ ਕਰ ਲਵੇਂਗਾ, ਜਨਮ ਜਨਮ ਕੇ ਤੇਰੇ ਪਾਪ ਕੱਟੇ। ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਤੇਰੇ ਪਾਪ ਕੱਟੇ ਜਾਣਗੇ, ਜੇ ਖਿਨ ਮਾਤਰ ਸਮਾਂ ਕਿਤੇ ਪਰਮਾਤਮਾ ਨੂੰ ਯਾਦ ਕਰ ਲਵੇ। ਸਤ ਸੰਗਤ ਜੀ, ਜਿਹੜਾ ਇਹ ਛਿਨ ਮਾਤਰ ਸਮਾਂ ਹੈ ਨਾ, ਭਾਵੇਂ ਘੰਟੇ ਬੱਧੀ ਅਸੀਂ ਜਾਪ ਕਰਦੇ ਹਾਂ, ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਨਾਮ ਜਪਦੇ ਸਿਮਰਨ ਕਰਦੇ ਹਾਂ, ਪਰ ਹਜ਼ੂਰ ਨੇ ਛਿਨ ਮਾਤਰ ਸਮਾਂ, ਕਿਉਂਕਿ ਗੁਰਬਾਣੀ ਵਿੱਚ ਇੱਕ ਪੱਖ ਤੋਂ ਨਹੀਂ, ਮਹਾਰਾਜ ਸਾਹਿਬ ਜੀ ਨੇ ਕਿੰਨੇ ਬਚਨ ਉਚਾਰਨ ਕੀਤੇ ਹੈ ਕਿ ਇਹ ਜੀਵ ਊਠਤ ਬੈਠਤ ਸੋਵਤ ਜਾਗਤ ਮਾਰਗ ਚਲਤ ਹਰੇ ਹਰ ਧਿਆਈ ਹੈ। ਉੱਠਦੇ ਐਵੇਂ, ਬਹਿੰਦੇ ਐਵੇਂ, ਸੌਂਦੇ ਐਵੇਂ, ਜਾਗਦੇ ਐਵੇਂ, ਹਰ ਸਮੇਂ ਰੱਬ ਨੂੰ ਚੇਤੇ ਰੱਖਣਾ ਚਾਹੀਦਾ। ਤੇ ਇੱਥੇ ਮਹਾਰਾਜ ਕਹਿੰਦੇ ਛਿਨ ਮਾਤਰ ਸਮਾਂ ਕਿਤੇ ਰੱਬ ਨੂੰ ਯਾਦ ਕਰ ਲੈ। ਜਨਮ ਜਨਮ ਕੇ ਤੇਰੇ ਪਾਪ ਕੱਟੇ, ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪ ਹੈ ਕੱਟੇ ਜਾਣਗੇ, ਨਿਵਰਤ ਹੋ ਜਾਣਗੇ, ਨਸ਼ਟ ਹੋ ਜਾਣਗੇ, ਜੇ ਕਿਤੇ ਸ਼ਬਦ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਛਿਨ ਮਾਤਰ ਸਮਾਂ ਵਿੱਚ ਸੁਰਤੀ ਬਿਰਤੀ ਨੂੰ ਟਿਕਾ ਲਵੇ। ਪਰ ਸ਼ਬਦ ਤੇ ਸੁਰਤ ਦਾ ਮੇਲ ਹੁੰਦਾ ਹੀ ਹੈ। ਸਾਧ ਸੰਗਤ ਜੀ, ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਇਹ ਬਚਨ ਹੈ ਕਿ ਜਿੰਨਾ ਸਮਾਂ ਸ਼ਬਦ ਤੇ ਸੁਰਤ ਦਾ ਮੇਲ ਨਹੀਂ ਨਾ ਹੁੰਦਾ, ਉਦੋਂ ਤੱਕ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਉਦੋਂ ਤੱਕ ਬ੍ਰਹਮ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਵਾਹਿਗੁਰੂ ਜੀ ਦੇ ਸਰੂਪ ਨੂੰ ਨਹੀਂ ਪਾਉਂਦਾ, ਜਦੋਂ ਤੱਕ ਸ਼ਬਦ ਤੇ ਸੁਰਤ ਦਾ ਮੇਲ ਨਹੀਂ ਹੁੰਦਾ। ਤੇ ਜੇ ਸ਼ਬਦ ਤੇ ਸੁਰਤ ਮਿਲ ਜਾਵੇ, ਮਿਲਾਪ ਹੋ ਜਾਵੇ, ਤੇ ਸਾਧ ਸੰਗਤ ਜੀ ਫਿਰ ਗਿਆਨ ਰੂਪੀ ਜਿਹੜਾ ਪੁੱਤਰ ਜਨਮ ਲੈ ਲੈਂਦਾ। ਜਿਵੇਂ ਇਹ ਪ੍ਰਤੱਖ ਵੀ ਇਹ ਸੰਸਾਰ ਦੀ ਰੀਤੀ ਬਣਾਈ ਹੋਈ ਪਰਮੇਸ਼ਰ ਦੀ ਮਰਜ਼ਾਦਾ ਹੈ, ਪਤੀ ਪਤਨੀ ਦੇ ਸੁਮੇਲ ਦੁਆਰਾ ਹੀ ਸਾਧ ਸੰਗਤ ਜੀ ਪੁੱਤਰ ਦਾ ਜਨਮ ਹੁੰਦਾ। ਇਸੇ ਤਰ੍ਹਾਂ ਇਹ ਸਾਧ ਸੰਗਤ ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ ਤੇ
तिन्हां महापुरखों के ये बचन है कि जिमें साध संगत जी सुरत रूप इस्त्री है और इस तरह शब्द रूपी जिहड़ा ये पुरख है, भाव इन्हां दे सुमेल होने तो मेल होने तो साध संगत जी फिर ज्ञान रूपी पुत्र जन्म लेंदा है। फिर उस करके सब थावां ते जीव नूं प्रकाश ही प्रकाश नज़र आउंदा है। तो हजूर कहते हैं शिर मात्र समय हे जीव जे किते सुरती बिरती एकाग्र करके परमात्मा नूं याद कर लवे, जन्म जन्म के तेरे पाप कट्टे, जन्मां जन्मांतरां दे सारे अनेकां जन्मां दे पाप कट्टे जाणगे। अंत परम पद पावहे, ते फिर अंत समय तो परम पदवी नूं पा लवेंगा। जिस परम पदवी नूं पाउण दे वास्ते संसार दे किन्ने किन्ने रिखी मुनि तपस्वी यतन करते ने, जोगी जन भी यतन करते रहते ने, पर अंत समय उन्हां नूं वो पदवी प्राप्त नहीं हुंदी, क्योंकि परमात्मा दा सिमरन नहीं करते, अकाल पुरख वाहिगुरू जी की याद विच नहीं जुड़ते। तां ही महाराज कहते परम पदवी तो वांधे रह जाते हैं। ते जे प्यार विच भिज के परमात्मा नूं याद करे, अंत परम पद पावहे, अंत समय तू केवल मोक्ष नूं प्राप्त कर लवेंगा। साचे नाल तेरा गंढ लागै, हे जीव, अकाल पुरख वाहिगुरू जो सच्चा परमात्मा है, वो सच्चे परमेश्वर के नाल तेरा गंढ लग गया, तेरा प्यार लग जाएगा। गंढ परमेश्वर के नाल तेरे प्रीत बन जाएगी, वाहिगुरू दे नाल तेरा जोड़ बन जाएगा, परमेश्वर के चरणों के नाल तेरा प्यार लग जाएगा। गुरमुख सदा संभाले, जे गुरां दे मुख द्वारा उपदेश लैके सदा परमात्मा नूं संभाले याद करे, साचे नाल तेरा गंढ लग गया। जे जीवन पर्यंत महाराज कहते जिंदगी विच नेम बना के प्रेम दे नाल रब नूं याद करे, ते परमात्मा के चरणों के नाल तेरा गंढ तेरा जोड़ बन जाएगा। अकाल पुरख वाहिगुरू जी के नाल तेरा संबंध बन जाएगा, परमात्मा के नाल तेरा डाढ़ा गाढ़ा प्यार लग जाएगा। जे हजूर कहते हैं कि परमात्मा नूं याद ही नहीं करता, तो फिर वाहिगुरू जी के चरणों का प्यार किवें लगेगा। जिवें सतगुरु जी महाराज सच्चे पातशाह हजूर ने उच्चारण किया कि जिन्हां हिरदे अंदर वाहिगुरू जी के चरणों का प्यार लगा है, वो फिर संसार नूं मिथ्या जान के परमात्मा के चरणों के नाल जुड़े रहते हैं। अकाल पुरख वाहिगुरू जी नूं याद करते रहते हैं कि महाराज तुहाडे चरणों का प्यार कड़ा आनंद बख्शिश करने वाला है, हिरदे अंदर शांति प्रदान करने वाला है, भटकते हो मन नूं एकाग्र करने वाला है। हे महाराज, ऐसा आप जी के चरणों का वडमुला ते अमोलक प्यार है। अमोलक दात जान करके वाहिगुरू नूं सदा याद करते हैं। तो हजूर कहते हैं हे जीव सदा गुरमुख सदा संभाले, गुरमुखताई धारण करके गुरमुखां वाला जीवन बना के सदा परमेश्वर नूं याद करिया कर। फिर वाहिगुरू जी के चरणों का अकाल पुरख वाहिगुरू का तेरे हिरदे अंदर प्यार लग जाएगा। इो धन गुरु अमरदास साहिब पातशाह कहते हैं, फिर मन नूं संबोधन करते हुए उपदेश दे रहे हैं, हे मना तू जिथे भी तू धावा धाई करदा, भावें जिथे मर्जी तू संसार के अंदर दौड़ भज करदा है, तह उथे सदा ही परमात्मा तेरे नाल वसदा है। जिथे भी जाता है, जिस पासे भी जाता है, जिस भी दिशा वाल जाता है, संसार के किसी भी कोने ते जाता है, तह हर सदा तेरे नाले। परमात्मा सदा रहन वाला है, अकाल पुरख वाहिगुरू सदा ही तेरे नाल रहिंदा है। उस परमेश्वर नूं सदा ही अपने अंग संग समझिया कर। जदों जीवन के अंदर पूरे सतगुरु जी की प्राप्ति हुंदी है ना, तो भटकदा होया मन जिहड़ा किसी तो थम्मिया नहीं जाता, जिहड़ा किसी तो रोकिया नहीं जा सकता, महाराज कहते ये मन नूं थम लईदा जे जीवन के अंदर पूरे सतगुरु जी की प्राप्ति हो जाती है। नहीं तो मन के मारे मर गए काजी मुल्ला शेख, बड़े बड़े संसार के अंदर मन के मारे ही मर गए हैं, पर मन नहीं किसी तो वस विच आया।
ਤਾਂ ਹੀ ਜਗਤ ਬਾਬਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਮਨ ਜੀਤੈ ਜਗ ਜੀਤ। ਸਾਰੇ ਜਗ ਨੂੰ ਜਿੱਤਣਾ ਕੋਈ ਸੌਖਾ ਕੰਮ ਥੋੜ੍ਹਾ ਹੈ। ਸਾਰੇ ਸੰਸਾਰ ਭਰ ਤੇ ਜਿੱਤ ਪ੍ਰਾਪਤ ਕਰਨੀ, ਫਤਿਹ ਪਾ ਲੈਣੀ, ਇਹ ਕੋਈ ਸਾਧ ਸੰਗਤ ਜੀ ਛੋਟਾ ਕੰਮ ਨਹੀਂ ਹੈ। ਪਰ ਜੇ ਮਨ ਨੂੰ ਜਿੱਤ ਲਵੇ ਤਾਂ ਮਹਾਰਾਜ ਕਹਿੰਦੇ ਸਾਰੇ ਜਾਣ ਲੈ ਕਿ ਸਾਰੇ ਜਗ ਤੇ ਮੈਂ ਜਿੱਤ ਪ੍ਰਾਪਤ ਕਰ ਲਈ, ਸਭ ਤੇ ਫਤਿਹ ਪਾ ਲਈ ਹੈ। ਤਾਂ ਹੀ ਮਹਾਰਾਜ ਕਹਿੰਦੇ ਜਗ ਜੀਤੈ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤ ਲਵੇਂਗਾ ਸਾਰੇ ਜਗਤ ਤੇ ਤੇਰੀ ਜਿੱਤ ਹੋ ਜਾਵੇਗੀ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਹਜੂਰ ਕਹਿੰਦੇ ਹਨ, ਸਤਿਗੁਰ ਮਿਲਿਆ ਧਾਵਤ ਥੰਮਿਆ। ਜੋ ਗੁਰਸਿੱਖ ਪਿਆਰ ਭਾਵਨਾ ਦੇ ਨਾਲ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਹਨ, ਅਥਵਾ ਜਿਨ੍ਹਾਂ ਨੂੰ ਜੀਵਨ ਵਿੱਚ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ, ਉਹਨਾਂ ਦਾ ਭਟਕਦਾ ਹੋਇਆ ਨਾ ਵਸ ਆਉਣ ਵਾਲਾ ਮਨ ਵਸ ਵਿੱਚ ਆ ਗਿਆ ਹੈ, ਨਾ ਰੁਕਣ ਵਾਲਾ ਮਨ ਰੁਕ ਗਿਆ ਹੈ, ਨਾ ਟਿਕਣ ਵਾਲਾ ਮਨ ਟਿਕ ਗਿਆ ਹੈ, ਨਾ ਕਿਸੇ ਤੋਂ ਥੰਮੇ ਜਾਣ ਵਾਲਾ ਮਨ ਥੰਮਿਆ ਗਿਆ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪਾ ਲਿਆ ਹੈ। ਨਿਜ ਘਰ ਵਸਿਆ ਆਏ, ਉਹ ਫਿਰ ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਆ ਕਰਕੇ ਨਿਵਾਸ ਕਰ ਲੈਂਦਾ। ਜਿਨ੍ਹਾਂ ਦਾ ਮਨ ਟਿਕ ਜਾਂਦਾ ਹੈ, ਜਿਨ੍ਹਾਂ ਦਾ ਮਨ ਥੰਮਿਆ ਜਾਂਦਾ ਹੈ, ਮਨ ਰੁਕ ਜਾਂਦਾ ਹੈ। ਨਹੀਂ ਤਾਂ ਮਨ ਦੀ ਇੰਨੀ ਰਫਤਾਰ ਹੈ ਕਿ ਕਿਸੇ ਵੀ ਢੰਗ ਦੇ ਨਾਲ, ਕਿਸੇ ਯੰਤਰ ਦੇ ਨਾਲ ਵੀ ਇਹਦੀ ਬਰਾਬਰਤਾ ਨਹੀਂ ਕਰ ਸਕਦਾ ਕਿ ਭੱਜ ਕੇ ਮੈਂ ਇਹਨੂੰ ਅੱਗੋਂ ਲਵਾਂਢੀ ਹੋ ਕੇ ਫੜ ਲਵਾਂ, ਅੱਗੋਂ ਦੀ ਹੋ ਕਰਕੇ ਰੋਕ ਲਵਾਂ। ਕਿਸੇ ਯੰਤਰ ਨਾਲ, ਕਿਸੇ ਦੁਨੀਆ ਦੇ ਸਾਧਨ ਨਾਲ, ਕਿੰਨੇ ਸੰਸਾਰ ਦੇ ਸਾਧਨ ਹੈ, ਅਣਗਿਣਤ ਹਨ, ਗਿਣੇ ਨਹੀਂ ਜਾ ਸਕਦੇ। ਪਰ ਕੋਈ ਵੀ ਦੁਨੀਆ ਦਾ ਸਾਧਨ ਐਸਾ ਨਹੀਂ ਜਿਸ ਨਾਲ ਮਨ ਦੀ ਰਫਤਾਰ ਦੀ ਬਰਾਬਰਤਾ ਕਰਕੇ ਮਨ ਨੂੰ ਆਪਣੇ ਵਸ ਵਿੱਚ ਕੀਤਾ ਜਾ ਸਕੇ। ਕਿਸੇ ਵੀ ਦੁਨੀਆ ਦੇ ਸਾਧਨ ਵਿੱਚ ਇੰਨਾ ਬਲ, ਇੰਨੀ ਸ਼ਕਤੀ ਨਹੀਂ ਹੈ ਕਿ ਜਿਹੜਾ ਮਨ ਬਲੀ ਹੈ ਨੂੰ ਆਪਣੇ ਵਸੀਕਾਰ ਕੀਤਾ ਜਾ ਸਕੇ। ਕੇਵਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਪੂਰੇ ਸਤਿਗੁਰਾਂ ਦੀ ਪੂਰੀ ਤਰ੍ਹਾਂ ਕਿਰਪਾ ਹੋਵੇ ਤਾਂ ਕਿਤੇ ਮਨ ਵਸ ਵਿੱਚ ਆਉਂਦਾ, ਤਾਂ ਮਨ ਥੰਮਿਆ ਜਾਂਦਾ, ਨਹੀਂ ਤਾਂ ਮਨ ਮਹਾਰਾਜ ਕਹਿੰਦੇ ਟਿਕਦਾ ਨਹੀਂ ਹੈ। ਜਿਨ੍ਹਾਂ ਨੇ ਧਾਰਦੇ ਹੋਏ ਮਨ ਨੂੰ ਟਿਕਾ ਲਿਆ, ਥੰਮ ਲੈਣਾ ਕੀਤਾ, ਨਿਜ ਘਰ ਵਸਿਆ ਆਏ, ਤਿਨਾਂ ਨੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਆ ਕਰਕੇ ਨਿਵਾਸ ਕੀਤਾ। ਤਿਨਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਨਿਜ ਸਤ ਸੰਗਤ ਰੂਪੀ ਘਰ ਦੇ ਵਿੱਚ ਆ ਕੇ ਟਿਕਣਾ ਕੀਤਾ। ਨਹੀਂ ਤਾਂ ਮਨ ਭਟਕਣੇ ਕਰਕੇ ਬਾਹਰ ਹੀ ਬਾਰ-ਬਾਰ ਭਟਕਦਾ ਰਹਿੰਦਾ। ਜਿੱਧਰ ਨੂੰ ਮਨ ਚਾਹਤ ਕਰਦਾ ਜੀਵ ਉੱਧਰ ਹੀ ਚਲਾ ਜਾਂਦਾ। ਜਿੱਧਰ ਮਨ ਇੱਛਾ ਕਰਦਾ ਉਸੇ ਸਮੇਂ ਗੁਰੂ ਕੀ ਸੰਗਤ ਵਿੱਚ ਉੱਠ ਕਰਕੇ ਚਲਾ ਜਾਂਦਾ। ਪਰ ਜਦੋਂ ਮਹਾਰਾਜ ਕਹਿੰਦੇ ਗੁਰੂ ਕਿਰਪਾ ਦੇ ਨਾਲ ਮਨ ਥੰਮਿਆ ਜਾਂਦਾ, ਨਿਜ ਘਰ ਵਸਿਆ ਆਏ, ਜਿੱਥੋਂ ਨਿਜ ਸਰੂਪ ਦੀ ਪ੍ਰਾਪਤੀ ਹੋਣੀ ਹੈ, ਉਹ ਸਤ ਸੰਗਤ ਰੂਪੀ ਘਰ ਦੇ ਵਿੱਚ ਆ ਕਰਕੇ ਟਿਕਦਾ ਹੈ। ਨਾਮ ਮਿਹਾਜੇ ਨਾਮ ਲਏ, ਫਿਰ ਐਸੇ ਗੁਰਮੁਖ ਪਿਆਰੇ ਸਤ ਸੰਗਤ ਰੂਪ ਘਰ ਵਿੱਚ ਆ ਕਰਕੇ ਪਰਮੇਸ਼ਰ ਦੇ ਨਾਮ ਨੂੰ ਵਿਹਾਜੇ ਵਣਜ ਕਰਦੇ ਹਨ। ਨਾਮ ਲਏ ਤੇ ਪਰਮੇਸ਼ਰ ਦਾ ਨਾਮ ਹੀ ਮਹਾਰਾਜ ਸਾਹਿਬ ਜੀ ਤੋਂ ਲੈਂਦੇ ਆ, ਪ੍ਰੇਮ ਦੀ ਭੇਟਾ ਦੇ ਕਰਕੇ। ਮਨ ਦੇ ਵੱਡੇ ਸੱਟੇ ਮਹਾਰਾਜ ਸਾਹਿਬ ਜੀ ਤੋਂ ਨਾਮ ਦੀ ਦਾਤ ਮੰਗਦੇ ਹਨ। ਨਾਮ ਰਹੇ ਸਮਾਏ, ਫਿਰ ਨਾਮ ਦੇ ਵਿੱਚ ਨਾਮੀ ਪਰਮਾਤਮਾ ਦੇ ਵਿੱਚ ਹੀ ਸਮਾਏ ਰਹਿੰਦੇ ਹਨ। ਨਾਮ ਦੇ ਵਿੱਚ ਹੀ ਲੀਨ ਹੋ ਕਰਕੇ ਰਹਿੰਦੇ ਹਨ। ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰਦੇ ਹੋਏ ਮਹਾਰਾਜ ਕਹਿੰਦੇ ਨਾਮ ਦਾ ਵਪਾਰ ਕਰਦੇ, ਨਾਮ ਹੀ ਮਹਾਰਾਜ ਸਾਹਿਬ ਜੀ ਤੋਂ ਦਾਤ ਮੰਗਦੇ, ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਨਾਮ ਜਪਦੇ ਜਪਦੇ ਨਾਮੀ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਨ। ਧਾਵਤ ਥਮਿਆ ਸਤਿਗੁਰ ਮਿਲਿਆ, ਜੋ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਨਾਲ ਮਿਲੇ ਹਨ, ਤਿਨਾਂ ਨੇ ਧੌਂਦੇ ਹੋਏ, ਭਟਕਦੇ ਹੋਏ, ਭੱਜਦੇ ਹੋਏ ਮਨ ਨੂੰ ਥੰਮ ਲਿਆ, ਰੋਕ ਪਾ ਲਈ ਹੈ। ਦਸਵਾਂ ਦੁਆਰ ਪਾਇਆ, ਗਰੀਬ ਨਵਾਜ ਮਹਾਰਾਜ ਕਹਿੰਦੇ ਤਿਨਾਂ ਨੇ ਜੋਗੀਆਂ ਦੀ ਤਰ੍ਹਾਂ ਦਸਮ ਦਵਾਰ ਸਭ ਕੁਝ ਪ੍ਰਾਪਤ ਕਰ ਲਿਆ ਹੈ। ਜਿਵੇਂ ਸਾਧ ਸੰਗਤ ਜੀ ਕੋਈ ਯੋਗ ਗੁਰੂ ਮਿਲੇ ਨਾ, ਯੋਗਾ ਅਭਿਆਸੀ, ਤੇ ਜੋਗੀਆਂ ਨੂੰ ਦਸਮ ਦਵਾਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਸੰਸਾਰ ਦੀ ਰਵਾਇਤ ਹੈ। ਬਾਹਰੀ ਪੱਖ ਦਾ ਇਹ ਜਿਹੜਾ ਅਰਥ ਹੈ ਇਸ ਪੰਕਤੀ ਦਾ, ਮਹਾਰਾਜ ਕਹਿੰਦੇ ਹਨ
ਕਿ ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ। ਤੇ ਇਹਨਾਂ ਨੂੰ ਦਸਮ ਦੁਆਰ ਦੀ ਪ੍ਰਾਪਤੀ ਹੋ ਜਾਂਦੀ ਹੈ। ਨਹੀਂ ਤਾਂ ਕਿੰਨਾ ਕਿੰਨਾ ਜ਼ਿੰਦਗੀ ਦਾ ਵੱਡਾ ਪੱਖ ਲੱਗ ਜਾਂਦਾ, ਪਰ ਦਸਮ ਦੁਆਰ ਦੇ ਵੀ ਸਵਾਸ ਚੜਾਉਣੇ ਨਹੀਂ ਉਹਨਾਂ ਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੁੰਦੇ। ਬਹੁਤੀ ਮਿਹਨਤ ਕਰਨੀ ਪੈਂਦੀ ਹੈ, ਕਠਿਨ ਬਹੁਤੀ ਘਾਲਣੀ ਪੈਂਦੀ ਹੈ, ਤਾਂ ਕਿਤੇ ਜਾ ਕਰਕੇ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਬੱਧੀ ਅਭਿਆਸ ਕਰਨਾ ਪੈਂਦਾ। ਫਿਰ ਯਤਨ ਕਰ ਕਰਕੇ ਯੋਗਾ ਅਭਿਆਸੀ ਦਸਮ ਦੁਆਰ ਦੇ ਵੀ ਸਵਾਸਾਂ ਨੂੰ ਚੜਾਉਂਦੇ ਹਨ। ਤੇ ਹਜੂਰ ਕਹਿੰਦੇ ਜੇ ਚੰਗਾ ਗੁਰੂ ਮਿਲ ਜਾਵੇ ਨਾ ਤੇ ਨਾ ਜੋਗੀਆਂ ਨੂੰ ਵੀ ਉਹ ਫਿਰ ਦਸਵਾਂ ਦੁਆਰ ਪਾ ਲੈਂਦੇ ਹਨ। ਉਸ ਦਸਮ ਦੁਆਰ ਦੀ ਵੀ ਜਿਹੜੀ ਕਪ ਹੁੰਦੀ ਹੈ ਨਾ, 8 ਧਾਤਾਂ ਤੋਂ ਪਹਿਲਾਂ ਸਰੀਰ ਦੇ ਅੰਦਰ ਕਪ ਬਣਦੀ ਜਦੋਂ ਭੋਜਨ ਖਾਧਾ ਜਾਂਦਾ ਹੈ। ਤੇ ਸਤ ਸੰਗਤ ਜੀ ਆਪਣੀ ਜ਼ੁਬਾਨ ਨੂੰ ਲੰਬਿਆਂ ਕਰ ਕਰਕੇ ਮੱਥੇ ਤੱਕ ਲੈ ਜਾਂਦੇ। ਜਿਹੜੇ ਯੋਗਾ ਅਭਿਆਸੀ ਯੋਗ ਕਰਦੇ ਆ, ਯੋਗ ਮਤ ਨੂੰ ਧਾਰਨ ਕਰਕੇ ਯੋਗ ਦਾ ਅਭਿਆਸ ਕਰਦੇ ਹਨ। 8 ਧਾਤਾਂ ਤੋਂ ਜਿਹੜੀ ਰਸ ਧਾਤੂ ਬਣਦੀ ਹੈ ਨਾ ਕਫ ਦੇ ਨਾਲ, ਉਹ ਕੰਠ ਦੇ ਪਿੱਛੇ ਜਾ ਕੇ ਜਦੋਂ ਜ਼ੁਬਾਨ ਨੂੰ ਦੁਬਾਰਾ ਬਲ ਪਾ ਕਰਕੇ ਸਤ ਸੰਗਤ ਜੀ ਖੜਦੇ, ਕਫ ਦੇ ਨਾਲ ਲੱਗਣੇ ਕਰਕੇ ਕਹਿੰਦੇ ਸਾਨੂੰ ਰਸ ਪ੍ਰਾਪਤ ਹੋ ਰਿਹਾ ਹੈ। ਉਹ ਰਸ ਦੇ ਵਿੱਚ ਹੀ ਮਸਤ ਹੋ ਕਰਕੇ ਰਹਿੰਦੇ ਆ। ਤਿੱਥੈ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ। ਤੇ ਸਹਿਜ ਸ਼ਾਂਤੀ ਦੀਆਂ ਧੁਨਾਂ ਕਹਿੰਦੇ ਹੋ ਤੇ ਇਹ ਪੈਦਾ ਹੁੰਦੀਆਂ ਨੇ ਦਸਮ ਦੁਆਰ ਦੇ ਵਿੱਚ। ਕਿਧਰੇ ਬੀਨਾ ਦੀ ਆਵਾਜ਼, ਕਿਧਰੇ ਘੰਡੇ ਹੇੜੇ ਦੀ ਆਵਾਜ਼, ਇਉਂ ਤਦ ਤੰਤੀ ਆਦਿਕ ਜਿਹੜੀਆਂ ਸਾਜ਼ਾਂ ਦੀਆਂ ਆਵਾਜ਼ਾਂ ਕਹਿੰਦੇ ਸਾਨੂੰ ਸੁਣਾਈ ਦਿੰਦੀਆਂ ਹਨ। ਫਿਰ ਕਹਿੰਦੇ ਹਨ ਕਿ ਜਿਸ ਸ਼ਬਦ ਦੁਆਰਾ ਘੰਡੇ ਹੇੜੇ ਦੀ ਆਵਾਜ਼ ਸੁਣ ਕਰਕੇ ਦਸਮ ਦੁਆਰ ਦੇ ਵਿੱਚ ਇਵੇਂ ਤੰਤੀ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਸੁਣ ਕਰਕੇ ਕਹਿੰਦੇ ਕਿ ਅਸੀਂ ਮਨ ਨੂੰ ਥੰਮ ਪਾ ਲਈ, ਰੋਕ ਲਿਆ ਹੈ। ਔਰ ਇਸ ਪ੍ਰਕਾਰ ਗਰੀਬ ਨਵਾਜ ਸਤਿਗੁਰੂ ਜੀ ਹੁਣ ਅੰਤਰੀ ਭਾਵ ਦੇ ਵਿੱਚ ਫਰਮਾਉਂਦੇ ਆ, ਧਾਵਤ ਥੰਮਿਆ ਸਤਿਗੁਰ ਮਿਲਿਆ। ਹਜੂਰ ਫਰਮਾਉਂਦੇ ਹਨ ਇਹ ਜਿਹੜਾ ਮਨ ਹੈ ਨਾ ਧਾਵਾ ਧਾਈ ਕਰਦਾ ਰਹਿੰਦਾ, ਕਿਸੇ ਦੇ ਥੰਮਣ ਦੇ ਬਾਵਜੂਦ ਵੀ ਥੰਮਿਆ ਨਹੀਂ ਜਾਂਦਾ, ਰੁਕਦਾ ਨਹੀਂ। ਇੰਨਾ ਬਲ ਵਾਲਾ ਹੈ, ਇੰਨਾ ਸ਼ਕਤੀਸ਼ਾਲੀ ਹੈ ਕਿ ਕੋਈ ਜੀਵ ਇਸ ਨੂੰ ਆਪਣੇ ਬਲ ਦੇ ਨਾਲ ਰੋਕ ਨਹੀਂ ਸਕਦਾ। ਪਰ ਪੂਰੀ ਸਤਿਗੁਰੂ ਦੀ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਣ ਤਾਂ ਭਟਕਦੇ ਹੋਏ ਮਨ ਨੂੰ ਥੰਮ ਲਈਦਾ ਹੈ, ਭੱਜ ਦੌੜ ਕਰਦੇ ਹੋਏ ਮਨ ਨੂੰ ਰੋਕ ਲਈਦਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੇ ਦਸਮ ਦੁਆਰ ਮਨ ਨੂੰ ਟਿਕਾ ਕਰਕੇ ਹੀ ਪ੍ਰਾਪਤ ਕਰ ਲਿਆ। ਦਸਮ ਦੁਆਰ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਹੈ, ਅਥਵਾ ਜਿਹੜੇ 5 ਗਿਆਨ ਇੰਦਰੇ ਔਰ 5 ਜਿਹੜੇ ਕਰਮ ਇੰਦਰੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਇੰਦਰੀਆਂ ਰੂਪ ਹੋ ਕਰਕੇ ਜੋ ਪਰਮਾਤਮਾ ਵਰਤ ਰਿਹਾ ਹੈ, ਹਰ ਇੱਕ ਇੰਦਰੇ ਦੇ ਅੰਦਰ ਦਸਾਂ ਦੁਆਰ ਦੇ ਵਿੱਚ ਹੀ ਪਰਮਾਤਮਾ ਦੇ ਸਰੂਪ ਨੂੰ ਪਹਿਚਾਣ ਕਰ ਲੈਣਾ ਕੀਤੀ ਹੈ, ਪਰਮਾਤਮਾ ਦੇ ਸਰੂਪ ਨੂੰ ਪਾ ਲਿਆ ਹੈ। ਔਰ ਇਸੇ ਪ੍ਰਕਾਰ ਸਤ ਸੰਗਤ ਜੀ ਜਿਹੜੇ 5 ਤੱਤ ਹਨ ਤੇ 5 ਸ਼ੁਭ ਗੁਣ ਹਨ, ਇਹਨਾਂ ਤੱਤਾਂ ਦੇ ਧਾਰਨੀ ਬਣ ਰੂਪ ਦਸਮ ਦੁਆਰ ਸਿੱਖਾਂ ਨੇ ਪ੍ਰਾਪਤ ਕਰ ਲਿਆ। 5 ਤੱਤਾਂ ਦੇ ਵੀ ਸਤ ਸੰਗਤ ਜੀ ਸ਼ੁਭ ਗੁਣ ਹਨ। ਹਵਾ ਤੋਂ ਵੀ ਸ਼ੁਭ ਗੁਣ ਮਿਲਦਾ ਹੈ, ਆਕਾਸ਼ ਤੋਂ ਵੀ, ਅੱਗ ਤੋਂ ਵੀ, ਪਾਣੀ ਤੋਂ ਵੀ। ਇਹਨਾਂ ਤੱਤਾਂ ਦੇ ਧਾਰਨੀ ਬਣਨਾ। ਫਿਰ ਦਇਆ ਧਰਮ ਧੀਰਜ ਸ਼ੁਭ ਵਿਚਾਰ, ਇਹ 5 ਦੋਨੋਂ ਮਿਲਾ ਕੇ 10 ਦੇ ਧਾਰਨੀ ਬਣ ਜਾਣਾ। ਇਹ ਸ਼ੁਭ ਗੁਣਾ ਰੂਪੀ ਦਸਮ ਦੁਆਰ ਨੂੰ ਤਿੰਨਾਂ ਨੇ ਪਾ ਲਿਆ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਜੀਵਨ ਦੇ ਵਿੱਚ ਪ੍ਰਾਪਤ ਹੋ ਗਏ ਹਨ। ਸਤਿਗੁਰੂ ਜੀ ਦੀ ਤਿੱਥੈ ਸਤ ਸੰਗਤ ਰੂਪੀ ਦਸਮ ਦੁਆਰ ਦੇ ਵਿੱਚ ਮਹਾਰਾਜ ਕਹਿੰਦੇ ਹਨ ਤਿੱਥੈ ਅੰਮ੍ਰਿਤ ਭੋਜਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਨੂੰ ਪ੍ਰਾਪਤ ਕਰਾਉਣ ਵਾਲਾ, ਪਰਮੇਸ਼ਰ ਦਾ ਨਾਮ ਦਾ ਜਿਹੜਾ ਅੰਮ੍ਰਿਤ ਭੋਜਨ ਹੈ, ਅਮਰ ਕਰ ਦੇਣ ਵਾਲਾ, ਅਥਵਾ ਸਤਿਗੁਰੂ ਜੀ ਦਾ ਨਾਮ ਅੰਮ੍ਰਿਤ ਜਿਹੜਾ ਉਪਦੇਸ਼ ਹੈ, ਐਸਾ ਮਹਾਰਾਜ ਕਹਿੰਦੇ ਭੋਜਨ ਪ੍ਰਾਪਤ ਹੁੰਦਾ। ਸਹਿਜ ਧੁਨ ਉਪਜੈ ਤੇ ਸਹਿਜ ਸ਼ਾਂਤੀ ਦੀਆਂ ਧੁਨਾਂ ਇੱਥੇ ਪ੍ਰਗਟ ਹੁੰਦੀਆਂ ਨੇ, ਜੋ ਇੱਕ ਚਿੱਤ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਜਪਦੇ ਹਨ। ਸਹਿਜ ਧੁਨ ਉਪਜੈ ਤੇ ਜਿਹੜੇ ਗੁਰਮੁਖ ਪਿਆਰੇ ਹਨ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਇੱਕ ਰਸ ਪਰਮੇਸ਼ਰ ਦੇ ਨਾਮ ਦੀ ਧੁਨ ਉਪਜਦੀ ਹੈ।
ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਤਪਦੇ ਹੋਏ ਭਟਕਦੇ ਹੋਏ ਮਨ ਨੂੰ ਥੰਮ ਪਾ ਕਰਕੇ ਰਹਾਇਆ ਰੱਖ ਲਿਆ ਹੈ, ਐਸੇ ਉਹ ਗੁਰਸਿੱਖ ਹਨ। ਤਿੰਨਾਂ ਨੂੰ ਸਾਧ ਸੰਗਤ ਜੀ ਨਾਮ ਅੰਮ੍ਰਿਤ ਦਾ ਭੋਜਨ ਪ੍ਰਾਪਤ ਹੁੰਦਾ ਹੈ। ਫਿਰ ਵਾਹਿਗੁਰੂ ਦੀਆਂ ਨਾਮ ਦੀਆਂ ਧੁਨਾਂ ਦੀ ਜਿਹੜੀ ਸ਼ਾਂਤੀ ਪ੍ਰਦਾਨ ਕਰਨ ਵਾਲੀ, ਸਹਿਜ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲੀ, ਐਸੀ ਪਰਮੇਸ਼ਰ ਦੇ ਨਾਮ ਦੀ ਸ਼ਾਂਤੀ ਦੀਆਂ ਧੁਨਾਂ ਪ੍ਰਾਪਤ ਹੁੰਦੀਆਂ ਹਨ। ਫਿਰ ਤਿੱਥੇ ਸਤ ਸੰਗਤ ਰੂਪ ਘਰ ਦੇ ਅੰਦਰ ਪੂਰੀ ਸਤਿਗੁਰੂ ਜੀ ਦੀ ਪ੍ਰਾਪਤੀ ਕਰਨੇ ਕਰਕੇ ਅਨੇਕਾਂ ਹੀ ਪਰਮੇਸ਼ਰ ਦੇ ਨਾਮ ਦੀ ਜਿਹੜੀ ਧੁਨੀਆਂ ਹਨ ਜੋ ਕਦੇ ਵੀ ਖਤਮ ਹੋਣ ਵਾਲੀਆਂ ਨਹੀਂ ਹਨ। ਲਗਾਤਾਰ ਵਾਹਿਗੁਰੂ ਦੇ ਨਾਮ ਦੀ ਧੁਨੀ ਚੱਲਦੀ ਰਹਿੰਦੀ ਹੈ। ਤਹ ਅਨੇਕ ਵਾਜੇ ਸਦਾ ਆਨੰਦ ਹੈ। ਮਹਾਰਾਜ ਕਹਿੰਦੇ ਅਨੇਕਾਂ ਹੀ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜਦੇ ਰਹਿੰਦੇ ਹਨ, ਕਦੇ ਵੀ ਸਤ ਸੰਗਤ ਜੀ ਰੁਕਦੇ ਨਹੀਂ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਾਜੇ ਜਦੋਂ ਸੁਣਾਈ ਦਿੰਦੇ ਜੀਵ ਮਸਤ ਹੋ ਜਾਂਦਾ ਹੈ, ਪਿਆਰ ਵਿੱਚ ਭਿੱਜ ਕਰਕੇ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ, ਕਦੇ ਛੱਡਣ ਨੂੰ ਚੇਤੇ ਨਹੀਂ ਕਰਦਾ ਕਿ ਉਸ ਪਰਮੇਸ਼ਰ ਦੇ ਨਾਮ ਦੇ ਵਾਜੇ ਜਿਹੜੇ ਵੱਜ ਰਹੇ ਹੈ, ਐਸੀ ਮਨੋਹਰ ਤੇ ਪਰਮ ਧੁਨ ਸੁਣਾਈ ਦੇ ਰਹੀ, ਉਹਨੂੰ ਛੱਡ ਦੇਈਏ। ਫਿਰ ਸੰਸਾਰ ਦੇ ਜਿਹੜਾ ਸ਼ੋਰ ਸ਼ਰਾਬਾ ਦੁਨੀਆ ਦੀਆਂ ਆਵਾਜ਼ਾਂ, ਉਹਨਾਂ ਤੋਂ ਜੀਵ ਦਾ ਚਿੱਤ ਉਪਰਾਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਅਨੇਕਾਂ ਵਾਹਿਗੁਰੂ ਜੀ ਦੇ ਨਾਮ ਦੀਆਂ ਧੁਨੀਆਂ, ਹਰ ਤੋਂ ਰਹਿਤ ਪਰਮੇਸ਼ਰ ਦੇ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਸੱਚੇ ਰਹਿਆ ਸਮਾਏ, ਫਿਰ ਉਹ ਜੀਵ ਸੱਚੇ ਪਰਮਾਤਮਾ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ, ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਵਰੂਪ ਵਿੱਚ ਹੀ ਸਮਾਇਆ ਰਹਿੰਦਾ ਹੈ। ਕਦੇ ਪਰਮਾਤਮਾ ਨੂੰ ਵਿਛੋੜਦਾ ਨਹੀਂ, ਹਿਰਦਿਓਂ ਕਦੇ ਵੀ ਵਿਸਾਰਦਾ ਨਹੀਂ ਹੈ, ਸਦਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ। ਇਉਂ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਹਨ, ਪੂਰੇ ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ ਜੀਵ ਦੇ ਭਟਕਦੇ ਹੋਏ ਦੌੜ ਭੱਜ ਕਰਦੇ ਹੋ ਮਨ ਨੂੰ ਥੰਮ ਪਾ ਲਈ ਹੈ। ਤਾਂ ਫਿਰ ਆਪਣੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਜਾ ਕਰਕੇ ਵਸਿਆ ਹੈ। ਨਹੀਂ ਤਾਂ ਬਾਹਰ ਹੀ ਨਿਵਾਸ ਰੱਖਦਾ ਸੀ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਨਿਵਾਸ ਕਰ ਲੈਂਦਾ ਸੀ। ਪਰ ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਨ ਨੂੰ ਟਿਕਾ ਦਿੱਤਾ, ਫਿਰ ਆਪਣੇ ਹਿਰਦੇ ਘਰ ਨਿਜ ਸਰੂਪ ਰੂਪੀ ਘਰ ਦੇ ਵਿੱਚ ਜਾ ਕੇ ਵਸਿਆ ਹੈ। ਹੇ ਮਨਾ, ਤੂੰ ਤਾਂ ਪਰਮਾਤਮਾ ਦੀ ਜੋਤ ਹੈ। ਹੇ ਮਨਾ, ਤੂੰ ਪਰਮਾਤਮਾ ਦਾ ਸਰੂਪ ਹੈ, ਕਿਉਂਕਿ ਤੂੰ ਪਰਮਾਤਮਾ ਦੇ ਅੰਸ਼ ਹੈ। ਅਕਾਲ ਪੁਰਖ ਵਾਹਿਗੁਰੂ ਦੀ ਹੈ ਜੀਵ ਤੇਰੇ ਅੰਦਰ ਚੇਤਨਤਾਈ ਹੈ। ਮਨ ਤੂੰ ਜੋਤ ਸਰੂਪ ਹੈ। ਹੇ ਮਨਾ, ਤੂੰ ਨਿਸ਼ਚੈ ਕਰਕੇ ਜਾਣ, ਤੂੰ ਕਿਉਂ ਭੁੱਲਾ ਫਿਰ ਰਿਹਾ, ਕਿਉਂ ਤੂੰ ਆਪਣੇ ਆਪ ਨੂੰ ਵੱਖਰਾ ਮੰਨੀ ਬੈਠਾ ਹੈ, ਆਪਣੀ ਵੱਖਰੀ ਹੋਣ ਦੀ ਸੰਸਾਰ ਦੇ ਅੰਦਰ ਬਣਾਈ ਬੈਠਾ ਹੈ। ਤੂੰ ਪਰਮਾਤਮਾ ਨੂੰ ਯਾਦ ਕਰ। ਹੇ ਮਨਾ, ਤੂੰ ਪਰਮਾਤਮਾ ਦੀ ਅੰਸ਼ ਹੈ, ਕਿਉਂਕਿ ਉਸ ਵਾਹਿਗੁਰੂ ਦੀ ਜੋਤ ਤੇਰੇ ਅੰਦਰ ਵਰਤ ਰਹੀ ਹੈ, ਜਿਸ ਕਰਕੇ ਤੂੰ ਸੰਸਾਰ ਦੇ ਅੰਦਰ ਹਰਕਤ ਕਰਦਾ, ਚੱਲਦਾ ਫਿਰਦਾ, ਖਾਂਦਾ ਪਹਿਨਦਾ, ਬੋਲਦਾ, ਗੱਲਾਂ ਬਾਤਾਂ ਕਰਦਾ। ਇਹ ਨਿਸ਼ਚੈ ਕਰਕੇ ਜਾਣ ਕਿ ਤੂੰ ਪਰਮਾਤਮਾ ਦੇ ਅੰਸ਼ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ ਤੂੰ ਸਵਰੂਪ ਹੈ। ਮਤ ਤੇ ਭਰਮ ਦਾ ਪਰਦਾ ਪੈਣੇ ਕਰਕੇ ਤੂੰ ਆਪਣੇ ਆਪ ਨੂੰ ਵੱਖਰਾ ਮੰਨੀ ਬੈਠਾ ਹੈ। ਤੇਰੇ ਮਤ ਤੇ ਭਰਮ ਦਾ ਪਰਦਾ ਪਿਆ ਹੋਇਆ ਹੈ। ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈੜ ਗਰਦ ਦੇ ਨਾਲ ਭਰਿਆ ਹੋਇਆ ਹੈ। ਅਗਿਆਨ ਦੇ ਹਨੇਰੇ ਕਰਕੇ ਤੂੰ ਆਪਣੇ ਆਪ ਨੂੰ ਵੱਖ ਮੰਨੀ ਬੈਠਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਹੇ ਮਨਾ, ਤੂੰ ਨਿਸ਼ਚੈ ਕਰਕੇ ਜਾਣ, ਤੂੰ ਵਾਹਿਗੁਰੂ ਜੀ ਦਾ ਹੀ ਸਵਰੂਪ ਹੈ। ਆਪਣਾ ਮੂਲ ਪਛਾਣ, ਤੇ ਆਪਣੇ ਮੂਲ ਮੁੱਢ ਨੂੰ ਪਹਿਚਾਣ। ਆਪਣੇ ਮੂਲ ਸਰੂਪ ਦੀ ਪਹਿਚਾਣ ਕਰਕੇ ਤੂੰ ਹੈ ਕੀ ਹੈ, ਕਿਸ ਲਈ ਸੰਸਾਰ ਦੇ ਵਿੱਚ ਆਇਆ, ਕਿਉਂ ਤੈਨੂੰ ਇਹ ਜਨਮ ਪ੍ਰਾਪਤ ਹੋਇਆ, ਕਰ ਕੀ ਰਿਹਾ, ਮੈਨੂੰ ਕਰਨਾ ਕੀ ਚਾਹੀਦਾ ਹੈ। ਹੇ ਮਨਾ, ਤੂੰ ਇਹਦੀ ਵਿਚਾਰ ਕਰ। ਵਿਚਾਰ ਕਰ ਕਰਕੇ ਮੂਲ ਸਰੂਪ ਦੀ ਪਹਿਚਾਣ ਕਰ ਲੈ, ਕਿਉਂਕਿ ਜੇ ਵਾਹਿਗੁਰੂ ਜੀ ਦੇ ਮੂਲ ਸਰੂਪ ਤੂੰ ਪਹਿਚਾਣਦਾ ਨਹੀਂ ਹੈ ਤਾਂ ਫਿਰ ਪਹਿਲਾਂ ਦੀ ਤਰ੍ਹਾਂ ਤੂੰ ਸੰਸਾਰ ਦੇ ਅੰਦਰ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਹੀ ਪਿਆ ਰਹੇਗਾ। ਫਿਰ ਪਹਿਲਾਂ ਦੀ ਤਰ੍ਹਾਂ ਤੂੰ ਸੰਸਾਰ ਦੇ ਅੰਦਰ ਬਾਰ-ਬਾਰ ਜਨਮ ਮਰਨ ਦੇ ਗੇੜ ਵਿੱਚ ਹੀ ਪਿਆ ਰਹੇਗਾ। ਇਸ ਲਈ ਮਨਾ, ਤੂੰ ਆਪਣੇ ਸਰੂਪ ਦੀ ਪਹਿਚਾਣ ਕਰ।
हे ਮਨਾ ਤੂੰ ਆਪਣੇ ਮੂਲ ਜੋ ਅਧਿਸ਼ਠਾਨ ਸਰੂਪ ਹੈ, ਸਭ ਦਾ ਆਸਰਾ ਰੂਪ ਵੀ ਹੈ ਤੇ ਸਭ ਦਾ ਪ੍ਰਕਾਸ਼ਕ ਵੀ ਹੈ, ਉਸ ਪਰਮਾਤਮਾ ਦੇ ਮੂਲ ਸਰੂਪ ਨੂੰ ਜਾਣਨਾ ਕਰ। ਮਨ ਹਰ ਜੀ ਤੇਰੇ ਨਾਲ ਹੈ। हे ਮਨਾ ਹਰੀ ਪਰਮਾਤਮਾ ਸਦਾ ਹੀ ਤੇਰੇ ਨਾਲ ਵਸਦਾ ਹੈ। ਇਹ ਨਿਸ਼ਚੈ ਕਰਕੇ ਜਾਣ, ਮਨ ਵਿੱਚ ਭਰੋਸਾ ਬਣਾ ਕਿ ਪਰਮਾਤਮਾ ਸਦਾ ਹੀ ਮੇਰੇ ਨਾਲ ਵਸਦਾ ਹੈ। ਗੁਰਮਤਿ ਰੰਗ ਮਾਣ। ਗੁਰਮਤਿ ਦੁਆਰਾ ਉਸ ਪਰਮਾਤਮਾ ਦੇ ਆਨੰਦ ਨੂੰ ਮਾਣ। ਗੁਰਮਤਿ ਦੁਆਰਾ ਹੀ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣ ਸਕੇਗਾ ਜੋ ਸਦਾ ਹੀ ਤੇਰੇ ਨਾਲ ਵਸਦਾ ਹੈ। ਜਦੋਂ ਤੱਕ ਮਨ ਮੱਤਾਂ ਕਰਦਾ ਹੈ ਉਦੋਂ ਤੱਕ ਦੁਨੀਆ ਦੇ ਰੰਗ ਰਲੀਆਂ ਤਾਂ ਮਾਣ ਸਕਦਾ ਹੈ, ਸੰਸਾਰ ਦੇ ਸੁੱਖ ਦਾ ਮਾਣ ਸਕਦਾ ਹੈ, ਪਰ ਵਾਹਿਗੁਰੂ ਦੇ ਸਰੂਪ ਦਾ ਸੁੱਖ ਨਹੀਂ ਤੂੰ ਮਾਣ ਸਕਦਾ। ਉਦੋਂ ਤੱਕ ਪਰਮਾਤਮਾ ਦੇ ਵਾਹਿਗੁਰੂ ਦੇ ਬ੍ਰਹਮਾਨੰਦ ਦਾ ਸਰੂਪ ਦਾ ਆਨੰਦ ਨਹੀਂ ਮਾਣ ਸਕੇਗਾ ਜਦੋਂ ਤੱਕ ਸੰਸਾਰ ਦੇ ਰੰਗਾਂ ਦੇ ਵਿੱਚ ਹਰ ਸਮੇਂ ਤੂੰ ਪਰਚਿਆ ਰਹੇਗਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹੈ, ਹੇ ਜੀਵ ਗੁਰਮਤਿ ਰੰਗ ਮਾਣ, ਮਨ ਮੱਤਾਂ ਛੱਡ ਕੇ ਗੁਰਮਤਿ ਨੂੰ ਧਾਰਨ ਕਰ। ਗੁਰਮਤਿ ਦੁਆਰਾ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣ ਸਕਦਾ ਹੈ। ਮਹਾਰਾਜ ਸਾਹਿਬ ਜੀ ਤੋਂ ਚੰਗੀ ਮੱਤ ਲੈ ਕਰਕੇ ਆਪਣੀਆਂ ਮੱਤਾਂ ਮਤਾਂਤਰਾਂ ਨੂੰ ਛੱਡ ਕੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਗੁਰਮਤਿ ਨੂੰ ਧਾਰਨ ਕਰ, ਜਿਹੜੀ ਕਦੇ ਵੀ ਚਲਾਈ ਮਨ ਹੋਣ ਵਾਲੀ ਨਹੀਂ ਹੈ। ਗੁਰਮਤਿ ਮਤ ਅਚਲ ਹੈ, ਚਲਾਈ ਨਾ ਸਕੈ ਕੋਏ। ਐਸੀ ਗੁਰਮਤਿ ਦਾ ਧਾਰਨੀ ਬਣ ਕੇ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਨਾ ਕਰ। ਮੂਲ ਪਛਾਣ ਹੈ ਤਾਂ ਸਭ ਜਾਣ ਹੈ। ਜੇ ਆਪਣੇ ਮੂਲ ਸਰੂਪ ਦੀ ਪਹਿਚਾਣ ਕਰੇਗਾ ਨਾ ਤਾਂ ਸਹੁ ਜਾਣ ਹੈ, ਤਾਂ ਹੀ ਪਰਮਾਤਮਾ ਦੇ ਸਰੂਪ ਨੂੰ ਜਾਣ ਸਕੇਗਾ। ਤੈਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ, ਕਿਸ ਲਈ ਸੰਸਾਰ ਵਿੱਚ ਆਇਆ, ਮੈਂ ਕੀ ਕਰ ਰਿਹਾ, ਮੈਨੂੰ ਕਰਨਾ ਕੀ ਚਾਹੀਦਾ, ਤੇ ਫਿਰ ਕਿਵੇਂ ਤੂੰ ਪਰਮਾਤਮਾ ਨੂੰ ਪਾ ਸਕੇਗਾ। ਜਿਵੇਂ ਸਾਧ ਸੰਗਤ ਜੀ, ਕਿਸੇ ਮਨੁੱਖ ਨੇ ਬਾਦਸ਼ਾਹ ਨੂੰ ਮਿਲਣਾ ਹੋਵੇ ਤੇ ਉਹਦਾ ਨਾਮ ਹੀ ਨਾ ਪਤਾ ਹੋਵੇ, ਦੂਰ ਦੇਸ਼ ਵਸਦਾ ਹੋਵੇ, ਜੇ ਨਾਮ ਹੀ ਨਹੀਂ ਪਤਾ ਕਿਹੜੇ ਬਾਦਸ਼ਾਹ ਨੂੰ ਮਿਲਣਾ ਤੇ ਕਿਵੇਂ ਉੱਥੇ ਪਹੁੰਚੇਗਾ, ਨਹੀਂ ਪਹੁੰਚ ਸਕੇਗਾ। ਜੇ ਰਸਤਾ ਖੁਦ ਜਾਂਦਾ, ਨਾਮ ਚੇਤੇ ਹੈ, ਆਖਰ ਕੋਈ ਸਮੇਂ ਬਾਅਦ ਪੁੱਛ ਕਰਕੇ ਉੱਥੇ ਪਹੁੰਚ ਹੀ ਜਾਵੇਗਾ ਕਿ ਫਲਾਣੇ ਬਾਦਸ਼ਾਹ ਨੂੰ ਮਿਲਦਾ। ਪਰ ਜੇ ਨਾਮ ਹੀ ਚੇਤਾ ਨਹੀਂ, ਫਿਰ ਤਾਂ ਪੱਲੇ ਖੱਜਲ ਖੁਆਰੀ ਹੈ ਨਾ, ਫਿਰ ਤਾਂ ਭਟਕਣਾ ਹੀ ਹੈ ਨਾ। ਇਸੇ ਪ੍ਰਕਾਰ ਹਜ਼ੂਰ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਬਾਦਸ਼ਾਹ ਪਰਮਾਤਮਾ ਹੈ, हे ਜੀਵ ਜੇ ਉਸ ਨਾਲ ਮਿਲਣਾ ਚਾਹੁੰਦਾ ਤੇ ਫਿਰ ਉਹਦਾ ਨਾਮ ਚੇਤੇ ਰੱਖ। ਜੇ ਨਾਮ ਨਹੀਂ ਨਾ ਚੇਤੇ, ਫਿਰ ਤੇਰੇ ਪੱਲੇ ਖੱਜਲ ਖੁਆਰੀ ਹੈ, ਭਟਕਣਾ ਹੈ, ਦਰ ਦਰ ਤੇ ਠੋਕਰਾਂ ਖਾਂਦਾ ਫਿਰੇਗਾ। ਤੇ ਇਸ ਲਈ ਹਜ਼ੂਰ ਉਚਾਰਨ ਕਰ ਰਹੇ ਨੇ, ਮੂਲ ਪਛਾਣ ਹੈ ਤਾਂ ਸਹੁ ਜਾਣ ਹੈ। ਜੇ ਆਪਣੇ ਮੂਲ ਸਰੂਪ ਦੀ ਪਹਿਚਾਣ ਕਰ ਲਵੇਂਗਾ ਤਾਂ ਹੀ ਸਹੁ ਮਾਲਕ ਪਰਮੇਸ਼ਰ ਪਤੀ ਪਰਮਾਤਮਾ ਨੂੰ ਜਾਣ ਸਕੇਗਾ। ਮਰਨ ਜੀਵਨ ਕੀ ਸੋਚੀ ਹੋਈ। ਸਤਿਗੁਰੂ ਜੀ ਕਹਿੰਦੇ ਹਨ, ਮਰਨ ਤੇ ਜੀਵਨ ਦੀ ਫਿਰ ਸੋਝੀ ਪ੍ਰਾਪਤ ਹੋ ਜੀ। ਤਿੰਨਾਂ ਨੂੰ ਸੁਗਿਆਤ ਪ੍ਰਾਪਤ ਹੋ ਗਈ ਹੈ ਕਿ ਸੰਸਾਰ ਦੇ ਅੰਦਰ ਮਰਨਾ ਕੀ ਹੈ ਤੇ ਜੀਵਨਾ ਕੀ ਹੈ, ਜੀਵਨ ਕੀ ਹੈ ਤੇ ਮੌਤ ਕੀ ਹੈ। ਫਿਰ ਉਹਨਾਂ ਨੂੰ ਪਹਿਚਾਣ ਹੋ ਗਈ, ਮਰਨ ਜੀਵਨ ਕੀ ਸੋਝੀ ਹੋਈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮੂਲ ਸਰੂਪ ਦੀ ਪਹਿਚਾਣ ਕਰ ਲਈ ਹੈ, ਅਥਵਾ ਮਰਨ ਜੀਵਨ ਕੀ ਸੋਝੀ ਹੋਈ, ਜਿਨ੍ਹਾਂ ਨੂੰ ਮਰਨ ਤੇ ਜਿਉਣ ਦੀ ਸੋਝੀ ਪ੍ਰਾਪਤ ਹੋ ਗਈ ਹੈ ਨਾ, ਕਿ ਜਿਹੜਾ ਸੰਸਾਰ ਦੇ ਅੰਦਰ ਸੰਸਾਰ ਦੇ ਵੱਲ ਮਰ ਕੇ ਤੇ ਪਰਮਾਤਮਾ ਦੇ ਵੱਲ ਜੀਵਣਾ, ਇਹ ਅਸਲ ਜੀਵਨ ਹੈ, ਇਹ ਅਸਲ ਜ਼ਿੰਦਗੀ। ਜਿਹੜਾ ਸੰਸਾਰ ਦੇ ਵੱਲੋਂ ਮਰ ਕੇ ਤੇ ਪਰਮਾਤਮਾ ਦੇ ਵੱਲ ਜੀਵਨ ਬਤੀਤ ਕਰਨਾ, ਇਹ ਅਸਲ ਜ਼ਿੰਦਗੀ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਨ੍ਹਾਂ ਨੂੰ ਇਹ ਗਿਆਤ ਸੋਝੀ ਪ੍ਰਾਪਤ ਹੋ ਗਈ ਹੈ, ਤਿਨਾਂ ਨੇ ਇਹ ਮੂਲ ਸਰੂਪ ਦੀ ਪਹਿਚਾਣ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ। ਨਹੀਂ ਤਾਂ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਮੌਤ ਦਾ ਕਾਰਨ ਕੀ ਹੈ, ਕਿਉਂ ਮੈਂ ਬਾਰ-ਬਾਰ ਮਰਦਾ ਹਾਂ। ਮਨਮੁਖਤਾਈ ਨੂੰ ਧਾਰਨ ਕੀਤਾ। ਜਦੋਂ ਸਮਝ ਆ ਜਾਂਦੀ ਹੈ ਕਿ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ, ਕਿ ਮਨਮੁਖ ਬੰਦਾ ਮਨਮੁਖਤਾਈਆਂ ਕਰਨ ਵਾਲਾ ਹੀ ਬਾਰ-ਬਾਰ ਜਨਮਦਾ ਮਰਦਾ ਹੈ। ਇਸ ਲਈ ਮੈਂ ਗੁਰਮੁਖਤਾਈ ਧਾਰਨ ਕਰ ਲਵਾਂ, ਮੈਂ ਗੁਰੂ ਵਾਲਾ ਬਣ ਕੇ ਗੁਰਮੁਖ ਬਣ ਜਾਵਾਂ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰ ਲਵਾਂ। ਜੰਮਣ ਤੇ ਮਰਨ ਦਾ ਕਾਰਨ ਜਦੋਂ ਪਤਾ ਲੱਗ ਜਾਂਦਾ ਹੈ ਤਾਂ ਮੂਲ ਸਰੂਪ ਦੀ ਪਹਿਚਾਣ ਕਰਕੇ ਵਾਹਿਗੁਰੂ ਨੂੰ ਜਾਣ ਲੈਂਦਾ ਹੈ। ਗੁਰ ਪ੍ਰਸਾਦ
ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਗੁਰੂ ਕਿਰਪਾ ਦੁਆਰਾ, ਸਤਿਗੁਰਾਂ ਦੀ ਪ੍ਰਸਾਦੀ ਬਖਸ਼ਿਸ਼ ਦੁਆਰਾ ਇੱਕ ਪ੍ਰਮਾਤਮਾ ਦੇ ਸਰੂਪ ਨੂੰ ਜਾਣੀਦਾ ਹੈ। ਦੂਜਾ ਭਾਵ ਨਾ ਹੋਈ। ਜੇ ਇਹ ਜੀਵ ਪ੍ਰਮਾਤਮਾ ਦੇ ਸਰੂਪ ਨੂੰ ਜਾਣ ਲਵੇ ਤਾਂ ਫਿਰ ਉੱਥੇ ਦਵੈਸ਼ ਭਾਵਨਾ ਨਹੀਂ ਹੁੰਦੀ, ਤਾਂ ਫਿਰ ਉੱਥੇ ਦਵੈਸ਼ ਭਾਵਨਾ, ਦੁਬਦਾ ਦੁੰਦਵਾਦ ਖਤਮ ਹੋ ਜਾਂਦਾ ਹੈ। ਉਸ ਹਿਰਦੇ ਅੰਦਰ ਈਰਖਾ ਮਿਟ ਜਾਂਦੀ ਹੈ ਜੋ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਵਾਹਿਗੁਰੂ ਨੂੰ ਜਾਣ ਲੈਂਦਾ ਹੈ। ਮਨ ਸ਼ਾਂਤ ਆਈ ਵੱਜੀ ਵਧਾਈ। ਸਤਿਗੁਰੂ ਜੀ ਕਹਿੰਦੇ ਹਨ, ਤਿਨਾਂ ਦੇ ਮਨ ਵਿੱਚ ਸ਼ਾਂਤੀ ਆ ਗਈ ਹੈ। ਮਨ ਉਹਨਾਂ ਦਾ ਭਟਕਦਾ ਹੋਇਆ ਇਕਾਗਰ ਹੋ ਗਿਆ, ਮਨ ਸੀਤਲ ਹੋ ਗਿਆ, ਮਨ ਵੱਜੀ ਵਧਾਈ, ਤੇ ਮਨ ਵਿੱਚ ਪਰਮੇਸ਼ਰ ਦੇ ਨਾਮ ਦੇ ਵਧਾਈਆਂ ਦੇ ਵਾਜੇ ਵੱਜ ਉੱਠੇ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀਆਂ ਧੁਨਾਂ, ਵਾਹਿਗੁਰੂ ਦੇ ਨਾਮ ਦੇ ਵਾਜੇ ਵੱਜ ਉੱਠੇ, ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ। ਮਨ ਰੌਲਾ ਪਾਉਂਦਾ ਰਹਿੰਦਾ, ਹਰ ਸਮੇਂ ਉੱਚੀ ਉੱਚੀ ਰੌਲਾ ਪਾਉਂਦਾ ਰਹਿੰਦਾ, ਕੁਰਲਾਹਟ ਕਰਦਾ ਰਹਿੰਦਾ। ਤਾਂ ਹੀ ਤਾਂ ਵਾਹਿਗੁਰੂ ਦੇ ਨਾਮ ਦੇ ਜਿਹੜੇ ਵਾਜੇ ਸੁਣਦੇ ਨਹੀਂ, ਪਰਮੇਸ਼ਰ ਦੇ ਨਾਮ ਦੀ ਆਵਾਜ਼ ਨਹੀਂ ਸੁਣ ਸਕਦਾ। ਜਿਵੇਂ ਹਜੂਰ ਦਾ ਬਚਨ ਆਉਂਦਾ ਹੈ ਨਾ ਕਿ ਮਿਰਗ ਪੜਤ ਹੈ ਚੋਰੀ, ਜਿਨ੍ਹਾਂ ਨੇ ਮੂੰਦ ਲਈਏ ਦਰਵਾਜੇ, ਬਾਜੀਏ ਦੇ ਅਨਹਦ ਬਾਜੇ। ਜਿਵੇਂ ਘਰ ਦੇ ਵਿੱਚ ਸਾਧ ਸੰਗਤ ਜੀ ਕੋਈ ਸਫਾਈ ਕਰ ਰਿਹਾ ਹੋਵੇ, ਬਾਹਰ ਬਹੁਤ ਜ਼ਿਆਦਾ ਹਨੇਰੀ ਵਗ ਰਹੀ ਹੋਵੇ, ਝੱਖੜ ਵਗ ਰਿਹਾ ਹੋਵੇ, ਤੇ ਦਰਵਾਜ਼ੇ ਤਾਕੀਆਂ ਖੁੱਲ੍ਹੇ ਹੋਣ, ਜਿੰਨੀ ਮਰਜ਼ੀ ਸਫਾਈ ਕਰਨ ਦਾ ਯਤਨ ਕਰੇ ਨਹੀਂ ਕਰ ਸਕੇਗਾ। ਬਾਹਰੋਂ ਫਿਰ ਘੱਟਾ ਮਿੱਟੀ ਗਰਦ ਆ ਕਰਕੇ ਗੰਦਗੀ ਫਿਰ ਫੈਲ ਜਾਵੇਗੀ। ਔਰ ਜੇ ਤਾਕੀਆਂ ਤੇ ਬੂਹੇ ਬੰਦ ਕਰਕੇ ਸਫਾਈ ਕਰਦਾ ਹੈ ਤਾਂ ਫਿਰ ਅੰਦਰ ਨੂੰ ਸਾਫ਼ ਕਰ ਸਕਦਾ ਹੈ। ਇਸੇ ਤਰ੍ਹਾਂ ਜਿਹੜੇ ਇੰਦਰੀ ਹੈ ਨਾ ਸਾਧ ਸੰਗਤ ਜੀ, ਤਾਕੀਆਂ ਦੀ ਤਰ੍ਹਾਂ, ਦਰਵਾਜ਼ੇ ਦੀ ਤਰ੍ਹਾਂ ਹਨ। ਜੋ ਅੱਖਾਂ ਹਨ ਪਰਾਏ ਰੂਪਾਂ ਨੂੰ ਤੱਕਣਾ, ਇਹਨਾਂ ਦੇ ਨਾਲ ਵੀ ਗੰਦਗੀ ਆਉਂਦੀ ਹਿਰਦੇ ਘਰ ਦੇ ਅੰਦਰ। ਔਰ ਜ਼ੁਬਾਨ ਹੈ, ਇਹ ਦਰਵਾਜ਼ੇ ਦੀ ਤਰ੍ਹਾਂ ਹੀ ਹੈ, ਕਿਉਂਕਿ ਦੋ ਕੰਮ ਕਰਦੀ ਹੈ, ਛਕਣ ਦਾ ਵੀ, ਸਵਾਦ ਮਾਣਨ ਦਾ ਵੀ, ਰਸ ਲੈਣ ਦਾ ਵੀ, ਤੇ ਬੋਲਣ ਦਾ ਵੀ ਰਸ ਮਾਣਦੀ ਹੈ। ਦਰਵਾਜ਼ਾ ਵੱਡਾ ਹੁੰਦਾ ਹੈ, ਇਹ ਦਰਵਾਜ਼ੇ ਦੀ ਤਰ੍ਹਾਂ ਹੈ। ਔਰ ਇਸ ਪ੍ਰਕਾਰ ਇਹਦੇ ਰਾਹੀਂ ਵੀ ਸਾਧ ਸੰਗਤ ਜੀ ਪਰਾਈ ਨਿੰਦਿਆ ਕਰਨੀ, ਝੂਠ ਬੋਲਣਾ, ਕਿੰਨੀ ਗੰਦਗੀ ਹਿਰਦੇ ਘਰ ਦੇ ਅੰਦਰ ਪ੍ਰਵੇਸ਼ ਹੋਈ ਜਾਂਦੀ ਹੈ। ਕੰਨਾਂ ਰੂਪ ਤਾਕੀਆਂ ਦੇ ਨਾਲ ਵੀ ਸਾਧ ਸੰਗਤ ਜੀ ਕਿੰਨੀ ਜਿਹੜੀ ਗਰਦ ਹੈ, ਪਰਾਈ ਨਿੰਦਿਆ ਸੁਣਨੀ, ਝੂਠ ਸੁਣਨਾ, ਲੱਚਰਪੁਰਾ ਸੁਣਨਾ, ਇਹ ਸਭ ਕੁਝ ਗੰਦਗੀ ਅੰਦਰ ਪ੍ਰਵੇਸ਼ ਹੋਈ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਅੰਦਰ ਇੰਨਾ ਜ਼ਿਆਦਾ ਕੁਰਲਾਹਟ ਪੈ ਰਹੀ ਹੁੰਦੀ ਹੈ, ਇਹ ਇੰਦਰੀਆਂ ਰੂਪ ਦਰਵਾਜ਼ੇ ਖੁੱਲ੍ਹੇ ਹੋਣ ਕਰਕੇ ਹਿਰਦੇ ਨੂੰ ਸਾਫ਼ ਨਹੀਂ ਕਰ ਸਕਦਾ। ਤੇ ਜਦੋਂ ਇਹ ਜੀਵ ਸਾਧ ਸੰਗਤ ਜੀ ਮਨ ਸ਼ਾਂਤ ਹੋ ਜਾਂਦਾ ਹੈ, ਮਨ ਰੌਲਾ ਪਾਉਣੋਂ ਹਟ ਜਾਂਦਾ ਹੈ, ਫਿਰ ਪਰਮੇਸ਼ਰ ਦੇ ਨਾਮ ਦੀ ਆਵਾਜ਼ ਨੂੰ ਸੁਣਦਾ ਹੈ, ਨਾਮ ਦੀ ਧੁਨ ਨੂੰ ਫਿਰ ਸੁਣਦਾ ਅੰਤਰਮੁਖੀ ਹੋ ਕਰਕੇ ਕਿ ਵਾਹਿਗੁਰੂ ਦੇ ਨਾਮ ਦੀ ਧੁਨ ਇੱਕ ਰਸ ਮੇਰੇ ਅੰਦਰ ਚੱਲ ਰਹੀ ਸੀ, ਪਰ ਮੇਰਾ ਮਨ ਹੀ ਬਾਰ-ਬਾਰ ਰੌਲਾ ਪਾਈ ਜਾਂਦਾ ਸੀ, ਕੁਰਲਾਹਟ ਕਰੀ ਜਾਂਦਾ ਸੀ, ਮੈਂ ਫਿਰ ਸੁਣਨ ਨਹੀਂ ਕਿਵੇਂ ਸੀਗੀ। ਕਮਰੇ ਦੇ ਅੰਦਰ ਸਾਧ ਸੰਗਤ ਕੋਈ ਰੌਲਾ ਪਾਈ ਜਾਵੇ ਤੇ ਫਿਰ ਜਿਹੜੀ ਧੀਮੀ ਜੀ ਆਵਾਜ਼ ਚੱਲ ਰਹੀ ਉਹਨੂੰ ਥੋੜਾ ਸੁਣ ਸਕੇਗਾ। ਜਿਹੜਾ ਉੱਚਾ ਰੌਲਾ ਪੈ ਰਿਹਾ ਉਹੋ ਹੀ ਸੁਣੇਗਾ ਨਾ। ਰੌਲਾ ਬੰਦ ਹੋਵੇਗਾ ਤਾਂ ਧੀਮੀ ਇੱਕ ਰਸ ਆਵਾਜ਼ ਨੂੰ ਸੁਣ ਸਕਦਾ ਹੈ। ਤਿਵੇਂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਸ਼ਾਂਤੀ ਆ ਗਈ, ਮਨ ਸਾਥ ਆਈ ਵੱਜੀ ਵਧਾਈ। ਹਿਰਦੇ ਅੰਦਰ ਸ਼ਾਂਤੀ ਹੋਣੇ ਕਰਕੇ ਮਨ ਸੰਕਲਪਾਂ ਵਿਕਲਪਾਂ ਦੇ ਮੰਦੇ ਚੰਗੇ ਫੁਰਨਿਆਂ ਦੇ ਰੌਲਾ ਪਾਉਣ ਜਦੋਂ ਹਟ ਜਾਂਦਾ, ਮਨ ਸ਼ਾਂਤ ਹੋ ਜਾਂਦਾ, ਫਿਰ ਵਾਹਿਗੁਰੂ ਦੇ ਨਾਮ ਦੇ ਵਾਜੇ ਵੱਜਦੇ ਆ, ਪਰਮੇਸ਼ਰ ਦੇ ਨਾਮ ਦੀ ਵਧਾਈ ਮਿਲਦੀ ਹੈ। ਤਾਂ ਹੀ ਇਸ ਜੀਵ ਨੇ ਪ੍ਰਮਾਤਮਾ ਦੇ ਘਰ ਪ੍ਰਵਾਨ ਹੋਣਾ ਕੀਤਾ, ਤਾਂ ਮੰਨਣ ਯੋਗ ਹੋਇਆ, ਤਾਂ ਹੀ ਵਾਹਿਗੁਰੂ ਦੇ ਘਰ ਪ੍ਰਵਾਨ ਹੋਇਆ ਹੈ। ਇਹੋ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਉਂਦੇ ਆ, ਕਹਿੰਦੇ ਹਨ ਦੁਬਾਰਾ ਮਨ ਨੂੰ ਸੰਬੋਧਨ ਕਰਦੇ ਹੋਏ ਉਪਦੇਸ਼ ਦਿੰਦੇ ਨੇ, ਮਨਾ ਤੂੰ ਪਰਮਾਤਮਾ ਦਾ ਸਰੂਪ ਹੈ, ਹੇ ਮਨਾ ਤੂੰ ਵਾਹਿਗੁਰੂ ਦੀ ਅੰਸ਼ ਹੈ, ਤੇ ਆਪਣੇ ਮੂਲ ਸਰੂਪ ਦੀ, ਮੁੱਢ ਸਰੂਪ ਦੀ ਪਹਿਚਾਣ ਕਰ ਕਿ ਮੇਰੇ ਅੰਦਰ ਪਰਮਾਤਮਾ ਦੀ ਜੋਤ ਹੈ। ਹੇ ਜੀਵ ਪ੍ਰਮਾਤਮਾ ਦੀ ਜੋਤ ਨੂੰ ਅਨੁਭਵ ਕਰਿਆ ਕਰ ਕਿ ਵਾਹਿਗੁਰੂ ਜੋਤ ਰੂਪ ਹੋ ਕਰਕੇ ਮੇਰੇ ਅੰਦਰ ਪ੍ਰਕਾਸ਼ ਕਰ ਰਿਹਾ ਹੈ। ਪਰਮਾਤਮਾ ਦੇ ਸਰੂਪ ਨੂੰ ਨਿਸ਼ਚੈ ਕਰਕੇ ਜਾਣਨ ਦੇ ਲਈ
ਇਹ ਅਨੁਭਵ ਕਰਿਆ ਕਰਕੇ ਵਾਹਿਗੁਰੂ ਮੇਰੇ ਅੰਦਰ ਬੈਠਾ ਹੈ। ਇਹ ਮਨ ਵਿੱਚ ਭਾਵਨਾ ਬਣਾ ਕੇ ਰੱਬ ਨੂੰ ਯਾਦ ਕਰਿਆ ਕਰ ਕਿ ਹੋਰ ਕੋਈ ਦੇਖੇ ਨਾ ਦੇਖੇ, ਪ੍ਰਮਾਤਮਾ ਮੈਨੂੰ ਜ਼ਰੂਰ ਦੇਖਦਾ ਪਿਆ, ਪ੍ਰਮਾਤਮਾ ਮੇਰੀ ਆਵਾਜ਼ ਨੂੰ ਜ਼ਰੂਰ ਸੁਣਦਾ ਪਿਆ ਹੈ। ਹੋਰ ਕੋਈ ਸੁਣਦਾ ਭਾਵੇਂ ਨਹੀਂ ਸੁਣਦਾ, ਪਰ ਵਾਹਿਗੁਰੂ ਮੈਨੂੰ ਹਰ ਸਮੇਂ ਸੁਣ ਰਿਹਾ ਹੈ, ਪ੍ਰਮਾਤਮਾ ਹਰ ਸਮੇਂ ਮੈਨੂੰ ਦੇਖ ਰਿਹਾ ਹੈ। ਇਵੇਂ ਮਹਾਰਾਜ ਕਹਿੰਦੇ ਕਰਦਿਆਂ ਫਿਰ ਪ੍ਰਮਾਤਮਾ ਦੇ ਮੂਲ ਸਰੂਪ ਦੀ ਤੈਨੂੰ ਪਹਿਚਾਣ ਹੋ ਜਾਵੇਗੀ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਮਨ ਸ਼ਾਂਤ ਆਈ ਬਜੀ ਵਧਾਈ, ਤਾ ਹੋਆ ਪਰਵਾਣ। ਏਉ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।